550 ਪ੍ਰਿੰਸੀਪਲ ਪੰਜਾਬ ਦੇ ਸਕੂਲਾਂ 'ਚ ਨਹੀਂ ਹੈਗਾ। ਇਹ ਉਸ ਸਰਕਾਰ ਦਾ ਹਾਲ ਹੈ ਜਿਹਦਾ ਮੁੱਖ ਮੰਤਰੀ ਹਰ ਗੱਲ ਤੇ ਕਹਿੰਦਾ ਹੋਵੇ ਮੈਂ ਮਾਸਟਰ ਦਾ ਪੁੱਤਰ ਹਾਂ, ਮੇਰੇ ਪਿਤਾ ਜੀ ਮਾਸਟਰ ਸੀ, ਮੈਨੂੰ ਸਿੱਖਿਆ ਦਾ ਮਹੱਤਵ ਪਤਾ ਹੈ। ਬਤੌਰ ਇੱਕ ਟੀਚਰ ਦਾ ਬੇਟਾ ਤੁਹਾਨੂੰ ਬੇਨਤੀ ਕਰਦਾ, ਕਿਸੇ ਨੂੰ ਬੀਟੈਕ ਕਰਕੇ MSc ਕਰਕੇ ਦੁਬਾਰਾ ਆਈਲੈਟਸ ਕਰਕੇ 7.5 ਬੈਂਡ ਲੈ ਕੇ ਬਾਹਰਲੇ ਮੁਲਕ ਨਹੀਂ ਜਾਣਾ ਪਊਗਾ। ਉਹਨਾਂ ਨੂੰ ਇੱਥੇ ਹੀ ਕੰਮ ਦੇਵਾਂਗੇ। ਆਪਾਂ ਜੌਬ ਪ੍ਰੋਵਾਈਡਰਸ ਬਣਾਉਣੇ ਨੇ, ਜੌਬ ਸੀਕਰਸ ਨਹੀਂ ਬਣਾਉਣੇ। 13,000 ਅਜਿਹਾ ਟੀਚਰ ਹੈ ਪੰਜਾਬ ਦਾ, ਸਿੱਖਿਆ ਪ੍ਰੋਵਾਈਡਰ ਜਿਹਨੂੰ ਕਹਿੰਦੇ ਨੇ। 15 ਸਾਲ ਤੋਂ 200 ਰੁਪਇਆ ਪਰ ਦਿਨ ਦੀ ਦਿਹਾੜੀ ਤੇ ਨੌਕਰੀ ਕਰਦਾ ਆ ਰਿਹਾ। ਕੈਂਸਰ ਤੇ ਆਇਓਡੈਕਸ ਲਾਉਣ ਨਾਲ ਕੈਂਸਰ ਨਹੀਂ ਹਟਦਾ, ਇਹਦੇ ਵਾਸਤੇ ਕੀਮੋਥੈਰੇਪੀ ਕਰਨੀ ਪੈਂਦੀ ਹੈ। 550 ਪ੍ਰਿੰਸੀਪਲ ਪੰਜਾਬ ਦੇ ਸਕੂਲਾਂ 'ਚ ਹੈ ਨਹੀਂ, ਸਹੀ ਹੈ ਗੱਲ? ਬਿਲਕੁਲ ਸਹੀ ਹੈ। ਯਾਰ ਸ਼ਬਦਾਂ 'ਚ ਪੁੱਛਾਂ ਕੀ ਕਹਿੰਦੇ ਹੋ ਵੀ ਪੱਠਾ ਬਿਠਾਤੇ ਆ ਮਹਿਕਮੇ ਦਾ? 3 ਸਾਲ ਦੇ ਤਜਰਬੇ ਵਾਲਾ ਜਿਸ ਨੇ ਸੀਨੀਅਰ ਸੈਕੰਡਰੀ ਸਕੂਲ ਦਾ ਤਜਰਬਾ ਵੀ ਨਹੀਂ ਹੈ, ਉਸ ਨੂੰ ਸਿੱਧਾ ਤੁਸੀਂ ਡਾਇਰੈਕਟ ਲਿਆ ਕੇ ਡਿਪਾਰਟਮੈਂਟ ਦੇ ਵਿੱਚ ਪ੍ਰਿੰਸੀਪਲ ਦਾ ਅਹੁਦਾ ਦੇ ਰਹੇ ਹੋ। ਤੇ ਇੱਕ ਪਾਸੇ 25 ਸਾਲਾਂ ਦੇ 1997 ਦੇ ਲੈਕਚਰਰ ਹਾਲੇ ਵੀ ਉਹ ਲੈਕਚਰਰ ਹੀ ਹਨ। ਕ੍ਰਿਸ਼ਨ ਕੁਮਾਰ ਬੜਾ ਇਮਾਨਦਾਰ ਹੈਗਾ ਹੈ ਅਫਸਰ, ਜਿਹੜੇ IAS ਅਧਿਕਾਰੀ ਨੇ, ਮੁਲਾਜ਼ਮ ਵਿਰੋਧੀ ਨੇ। ਤੁਸੀਂ ਉਹਨਾਂ ਦੇ ਮੁਲਾਜ਼ਮ ਹੋ, ਤੁਸੀਂ ਕਿਤੇ ਬੀੜਾ ਤਾਂ ਨਹੀਂ ਚੱਕਿਆ ਹੋਇਆ ਕਿ ਉਹਨੂੰ ਭੰਡਣਾ ਹੀ ਭੰਡਣਾ, ਠੀਕ ਹੈ? ਉਹਨਾਂ ਸਿਰ ਭੰਨ ਰਹੇ ਹੋ ਤੁਸੀਂ। ਜਦੋਂ ਸਾਡੇ ਕੋਲ 1400 ਪ੍ਰਿੰਸੀਪਲ ਨੇ ਪੰਜਾਬ 'ਚ ਕੰਮ ਕਰਦੇ ਨੇ, ਉਹਨਾਂ 'ਚੋਂ ਕਿਆ ਸਰਕਾਰ ਨੂੰ 6 ਮਹੀਨੇ 'ਚ 15 ਬੰਦੇ ਨਹੀਂ ਲੱਭੇ ਜਿਹੜੇ ਡੀਓ ਲਾ ਸਕਦੇ? ਹੁਣ ਬੜੀ ਸ਼ਰਮ ਵਾਲੀ ਗੱਲ ਹੈ ਸਰਕਾਰ ਦੇ ਲਈ। 2 ਮੰਤਰੀ ਬਦਲ ਜਾਣ ਤੇ ਜੇ ਡੀਓ ਦੀਆਂ ਪੋਸਟਾਂ ਨਾ ਭਰੀਆਂ ਜਾਣ। ਮੈਂ ਜਿਵੇਂ ਇੰਗਲਿਸ਼ ਦਾ ਲੈਕਚਰਰ ਹਾਂ ਤਾਂ ਉਹ ਇਕਨੋਮਿਕਸ ਵਿੱਚ ਐਕਸਪਰਟ ਕਿਵੇਂ ਹੋ ਸਕਦਾ ਹੈ? ਇੰਨੀ ਬੇਰੁਜ਼ਗਾਰੀ ਹੈ ਤਾਂ ਫਿਰ ਲੈਕਚਰਰਸ ਦੀ ਉੱਥੇ ਭਰਤੀ ਕਿਉਂ ਨਹੀਂ ਹੋ ਸਕਦੀ? ਨਾ ਸਾਡੇ ਸਕੂਲ 'ਚ ਪਾਣੀ ਪੀਣ ਵਾਲਾ ਸ਼ੁੱਧ ਹੈ, ਨਾ ਸਾਨੂੰ ਬੈਠਣ ਨੂੰ ਥਾਂ ਹੈ, ਨਾ ਸਾਡੇ ਸਕੂਲ 'ਚ ਪੱਖੇ ਚੱਲਦੇ ਨੇ। ਕੋਈ ਦਾਨ ਕਰਕੇ ਪੱਖੇ ਦੇ ਗਿਆ, ਵਿੰਗੇ ਟੇਢੇ ਪੱਖੇ ਚੱਲਦੇ ਨੇ। ਇਸ ਤਰ੍ਹਾਂ ਦੇ ਵਾਟਰ ਕੂਲਰ ਲਵਾ ਗਿਆ। 5-6 ਹਜ਼ਾਰ ਟੀਚਰ ਸਾਡੇ ਇੱਦਾਂ ਦੇ ਨੇ ਜਿਹੜੇ ਹੈ ਤਾਂ ਸਕੂਲਾਂ 'ਚ ਤੈਨਾਤ ਨੇ, ਪਰ ਉਹਨਾਂ ਦਾ ਕੰਮ ਦਫ਼ਤਰਾਂ ਦੇ ਵਿੱਚ ਕਿਸੇ ਨੂੰ DM ਲਾਇਆ ਹੋਇਆ, ਕਿਸੇ ਨੂੰ BM ਲਾਇਆ ਹੋਇਆ। 5 ਡਿਪਟੀ ਡਾਇਰੈਕਟਰਾਂ ਦੀਆਂ ਪੋਸਟਾਂ ਖਾਲੀ ਨੇ, 4 ਜੁਆਇੰਟ ਡਾਇਰੈਕਟਰਾਂ ਦੀਆਂ ਪੋਸਟਾਂ ਖਾਲੀ ਨੇ। ਉਹਨਾਂ ਦੇ ਉੱਤੇ ਜੂਨੀਅਰ ਅਧਿਕਾਰੀਆਂ ਨੂੰ, ਸਹਿ ਡਾਇਰੈਕਟਰਾਂ ਨੂੰ ਚਾਰਜ ਦੇ ਕੇ ਵਾਧੂ ਕੰਮ। ਕਿੰਨੇ ਸਮੇਂ ਤੋਂ ਨੇ ਗੋਸਲ ਸਾਹਿਬ? ਜਦੋਂ ਚੀਮਾ ਸਾਹਿਬ ਦੇ ਸਿੱਖਿਆ ਮੰਤਰੀ ਸੀਗੇ, ਹਾਂਜੀ ਅਕਾਲੀ, ਉਦੋਂ ਡਿਪਟੀ ਡਾਇਰੈਕਟਰ ਦੀਆਂ ਪੋਸਟਾਂ ਭਰੀਆਂ ਗਈਆਂ ਸੀਆਂ। ਉਸ ਤੋਂ ਬਾਅਦ ਪ੍ਰਮੋਸ਼ਨ ਡਿਪਟੀ ਡਾਇਰੈਕਟਰ ਦੀ ਨਹੀਂ ਹੋਈ। ਅੰਮ੍ਰਿਤਸਰ ਜ਼ਿਲ੍ਹੇ ਵਿੱਚ 9, ਹੁਸ਼ਿਆਰਪੁਰ ਜ਼ਿਲ੍ਹੇ 'ਚ 35, ਜਲੰਧਰ ਦੇ 34, ਕਪੂਰਥਲਾ 28, ਗੁਰਦਾਸਪੁਰ 33, ਫਿਰੋਜ਼ਪੁਰ 25, ਲੁਧਿਆਣਾ 30 ਇਹਨਾਂ ਸਕੂਲਾਂ ਵਿੱਚ ਪ੍ਰਿੰਸੀਪਲ ਤੈਨਾਤ ਨਹੀਂ ਹਨ। ਸਤਿ ਸ਼੍ਰੀ ਅਕਾਲ। ਸਕਰੋਲ ਪੰਜਾਬ ਦੇ ਕੇ ਦਰਸ਼ਕਾਂ ਦਾ ਬਲਜੀਤ ਮਰਵਾਹਾ ਵੱਲੋਂ ਸਵਾਗਤ ਹੈ। ਕੱਲ੍ਹ ਅਧਿਆਪਕ ਦਿਵਸ ਮਨਾਇਆ ਗਿਆ। ਅਧਿਆਪਕ ਦਿਵਸ ਮੌਕੇ ਜਿੱਥੇ ਸਾਡੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਧਿਆਪਕਾਂ ਨੂੰ ਉਹਨਾਂ ਦੀ ਸ਼ਾਨਦਾਰ, ਜ਼ਬਰਦਸਤ, ਜ਼ਿੰਦਾਬਾਦ ਕਾਰਗੁਜ਼ਾਰੀ ਲਈ ਸਨਮਾਨਿਤ ਕਰ ਰਹੇ ਸੀ, ਉੱਥੇ ਹੀ ਠੀਕ ਦੂਜੇ ਪਾਸੇ ਕਈ ਹੋਰ ਹੈਰਾਨੀਜਨਕ ਅੰਕੜੇ ਸਾਹਮਣੇ ਆਏ ਨੇ। ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਆਪਾਂ ਗੱਲ ਕਰੀਏ, 2000 ਤੋਂ ਵੱਧ ਜਿਹੜਾ ਸਕੂਲ ਹੈਗੇ ਨੇ, ਪ੍ਰਾਇਮਰੀ, ਮਿਡਲ, ਹਾਈ, ਸੀਨੀਅਰ ਸੈਕੰਡਰੀ। ਤੁਹਾਨੂੰ ਸੁਣ ਕੇ ਹੈਰਾਨੀ ਹੋਏਗੀ ਦਰਸ਼ਕੋ ਕਿ ਇੱਕ ਛੋਟਾ ਜਿਹਾ ਤੁਹਾਨੂੰ ਅੰਕੜਾ ਦੱਸਣ ਜਾ ਰਿਹਾ ਜੋ ਤੁਹਾਨੂੰ ਹੈਰਾਨ ਕਰਨ ਲਈ ਕਾਫੀ ਹੈ ਕਿ 550 550 ਪ੍ਰਿੰਸੀਪਲ ਪੰਜਾਬ ਦੇ ਸਕੂਲਾਂ 'ਚ ਨਹੀਂ ਹੈਗਾ। ਇਹ ਉਸ ਸਰਕਾਰ ਦਾ ਹਾਲ ਹੈ ਜਿਹਦਾ ਮੁੱਖ ਮੰਤਰੀ ਹਰ ਗੱਲ ਤੇ ਕਹਿੰਦਾ ਹੋਵੇ ਮੈਂ ਮਾਸਟਰ ਦਾ ਪੁੱਤਰ ਹਾਂ, ਮੇਰੇ ਪਿਤਾ ਜੀ ਮਾਸਟਰ ਸੀ, ਮੈਨੂੰ ਸਿੱਖਿਆ ਦਾ ਮਹੱਤਵ ਪਤਾ ਹੈ। 550 ਸਿਰਫ ਪ੍ਰਿੰਸੀਪਲਾਂ ਦਾ ਅੰਕੜਾ ਹੈ। ਜੇ ਅਧਿਆਪਕਾਂ ਦੀ ਗੱਲ ਕਰ ਲਾਂਗੇ ਤਾਂ ਗਿਣਤੀ ਹਜ਼ਾਰਾਂ 'ਚ ਆਏਗੀ, ਸ਼ਾਇਦ ਉਹ 2000 ਵੀ ਹੋ ਸਕਦੀ ਹੈ, 4000 ਵੀ, ਇਸ ਤੋਂ ਵੱਧ ਵੀ। ਸੋ ਕਿੱਦਾਂ ਦੇ ਸਿੱਖਿਆ ਜਿਹੜਾ ਹੈਗੇ ਨੇ ਸੁਧਾਰ ਹੋ ਰਹੇ ਨੇ। ਈਵਨ ਕਿ ਕੱਲ੍ਹ ਦੀ ਹੀ ਗੱਲ ਹੈ, ਇੱਕ ਪਾਸੇ ਜਦੋਂ ਸਨਮਾਨਿਤ ਹੋ ਰਹੇ ਸੀਗੇ ਅਨੰਦਪੁਰ ਸਾਹਿਬ ਵਿਖੇ ਵਿਰਾਸਤ ਹੈ ਖਾਲਸਾ ਦੇ ਵਿੱਚ ਅਧਿਆਪਕ, ਦੂਜੇ ਪਾਸੇ ਅੰਕੜਾ ਕੀ ਆ ਰਿਹਾ ਸੀ? 13,000 ਅਜਿਹਾ ਟੀਚਰ ਹੈ ਪੰਜਾਬ ਦਾ, ਸਿੱਖਿਆ ਪ੍ਰੋਵਾਈਡਰ ਜਿਹਨੂੰ ਕਹਿੰਦੇ ਨੇ। 15 ਸਾਲ ਤੋਂ 200 ਰੁਪਇਆ ਪਰ ਦਿਨ ਦੀ ਦਿਹਾੜੀ ਤੇ ਨੌਕਰੀ ਕਰਦਾ ਆ ਰਿਹਾ, 6000 ਰੁਪਏ ਮਹੀਨੇ ਤੇ। ਸੋ ਸਿੱਖਿਆ ਸੁਧਾਰ ਹੋ ਰਹੇ ਨੇ, ਨਹੀਂ ਹੋ ਰਹੇ? ਲੈਕਚਰਾਰਾਂ ਦਾ ਪੰਜਾਬ 'ਚ ਕੀ ਹਾਲ ਹੈ? ਕੁਝ ਜਿਹੇ ਗੱਲਬਾਤ ਕਰਨ ਲਈ ਅੱਜ ਸਾਡੇ ਨਾਲ ਜਿਹੜਾ ਗੌਰਮੈਂਟ
ਲੈਕਚਰਰ ਯੂਨੀਅਨ ਜਿਹੜੀ ਹੈਗੀ ਆ ਗਵਰਨਮੈਂਟ ਸਕੂਲਾਂ ਦੀ ਜਿਹੜੀ ਲੈਕਚਰਰ ਯੂਨੀਅਨ ਦਾ, ਉਹਦੇ ਪ੍ਰੈਜ਼ੀਡੈਂਟ ਸੰਜੀਵ ਕੁਮਾਰ, ਸਲਾਹਕਾਰ ਜਿਹੜੇ ਹੈਗੇ ਨੇ ਜਸਵੀਰ ਸਿੰਘ ਗੋਸਲ ਤੇ ਪ੍ਰੈਸ ਸੈਕਟਰੀ ਨੇ ਰਣਬੀਰ ਸਿੰਘ ਸੋਹਲ ਸਾਡੇ ਨਾਲ ਮੌਜੂਦ ਨੇ। ਸਾਡੀਆਂ ਗੱਲਾਂ 'ਚ ਕਿੰਨਾ ਕੁ ਸੱਚ ਹੈ ਜਾਂ ਸੀਐਮ ਦੇ ਦਾਅਵੇ ਕਿੰਨੇ ਕੁ ਸੱਚ ਨੇ, ਕੁਛ ਇਹਨਾਂ ਤੋਂ ਜਾਣਦੇ ਹਾਂ। ਸੰਜੀਵ ਜੀ, ਸ਼ੁਰੂਆਤ ਤੁਹਾਡੇ ਤੋਂ। 550 ਪ੍ਰਿੰਸੀਪਲ ਪੰਜਾਬ ਦੇ ਸਕੂਲਾਂ 'ਚ ਹੈ ਨਹੀਂ, ਸਹੀ ਹੈ ਗੱਲ? ਬਿਲਕੁਲ ਸਹੀ ਹੈ ਸਰ, ਇਹ ਰਿਟਨ ਹੈ, ਬਿਲਕੁਲ ਰਿਕਾਰਡ ਦੇ ਵਿੱਚ ਹੈ। ਇਹਦੇ ਬਾਰੇ ਅਸੀਂ ਅਖਬਾਰ ਦੇ ਰਾਹੀਂ ਵੀ ਤੇ ਸਰਕਾਰ ਦੇ ਧਿਆਨ 'ਚ ਵੀ ਵਾਰ-ਵਾਰ ਇਹ ਲਿਆਂਦੇ ਰਹੇ ਹਾਂ। ਐਕਚੁਅਲੀ ਕਹਾਣੀ ਪਿਛਲੇ 5-7 ਸਾਲਾਂ ਤੋਂ ਪਹਿਲਾਂ ਦੀ ਸ਼ੁਰੂ ਹੋਈ ਹੈ, ਪਿਛਲੀ ਸਰਕਾਰ ਵੱਲੋਂ ਹੀ। ਪਿਛਲੀ ਤੋਂ ਭਾਵ ਕੈਪਟਨ ਸਰਕਾਰ ਚੰਨੀ ਜਾਂ ਅਕਾਲੀ? ਕੈਪਟਨ ਸਰਕਾਰ ਵੱਲੋਂ ਦੀ 2017 ਤੋਂ। ਬਿਲਕੁਲ ਜੀ, ਬਿਲਕੁਲ। ਤੇ ਇਹਦੇ ਵਿੱਚ ਪੋਸਟਾਂ ਖਾਲੀ ਹੋਈ ਜਾਂਦੀਆਂ ਤੇ ਇਹਦੇ ਵਿੱਚ ਜੋ ਪਿਛਲੇ ਸਾਡੇ ਸਕੱਤਰ ਸੀ ਕ੍ਰਿਸ਼ਨ ਕੁਮਾਰ ਜੀ, ਉਹਨਾਂ ਵੇਲੇ ਇੱਕ ਪਾਲਿਸੀ ਇਹ ਰੂਲਸ 'ਚ ਘੜੇ ਗਏ ਤੇ ਚੇਂਜ ਕੀਤੇ ਗਏ। 2012 ਤੋਂ ਹੀ ਇਹ ਸ਼ੁਰੂਆਤ ਹੋ ਗਈ ਸੀ। ਪਹਿਲਾਂ ਇਹ ਜਿਹੜੀਆਂ ਪ੍ਰਮੋਸ਼ਨਸ ਹੁੰਦੀਆਂ ਸੀ ਲੈਕਚਰਰ ਟੂ ਪ੍ਰਿੰਸੀਪਲ ਦੀਆਂ, ਉਹ 100% ਹੁੰਦੀਆਂ ਸੀ 2004 ਦੇ ਸੇਵਾ ਨਿਯਮਾਂ ਦੇ ਅਧੀਨ। ਉਸ ਤੋਂ ਬਾਅਦ ਉਸ ਵੇਲੇ ਵੀ ਕੈਪਟਨ ਸਰਕਾਰ ਸੀ ਪੰਜਾਬ 'ਚ। ਬਿਲਕੁਲ। 2002 ਤੋਂ 2007 ਕੈਪਟਨ ਸਰਕਾਰ ਸੀਗੀ। ਬਿਲਕੁਲ। ਤੇ ਉਸ ਤੋਂ ਬਾਅਦ ਜੀ ਇਹ ਜਿਹੜਾ ਹੈ ਕਿਉਂਕਿ ਇੱਕ ਡਿਪਾਰਟਮੈਂਟ ਦੇ ਵਿੱਚ ਜਾਂ ਸਾਡੇ ਸਾਬਕਾ ਸਕੱਤਰ ਸਾਹਿਬ ਦੇ ਮਨ 'ਚ ਇਹ ਸੀ ਕਿ ਯੰਗ ਜਨਰੇਸ਼ਨ ਨੂੰ, ਸਕੱਤਰ ਤੋਂ ਭਾਵ ਕ੍ਰਿਸ਼ਨ ਕੁਮਾਰ ਜੀ, ਕਿ ਜਿਹੜਾ ਹੈ ਯੰਗ ਜਨਰੇਸ਼ਨ ਨੂੰ ਅੱਗੇ ਆਉਣਾ ਚਾਹੀਦਾ। ਇੱਕ 2 ਚੈਨਲ ਹੁੰਦੇ ਆ ਜੀ, ਜਾਂ ਪ੍ਰਮੋਸ਼ਨ ਹੁੰਦੀ ਹੈ ਜਾਂ ਡਾਇਰੈਕਟ ਭਰਤੀ। ਤੇ ਇਹ 2012 ਤੋਂ ਬਾਅਦ ਇਹ ਡਾਇਰੈਕਟ 2018 ਦੇ ਨਿਯਮਾਂ ਦੇ ਵਿੱਚ ਸ਼ੁਰੂਆਤ ਹੋਈ ਡਾਇਰੈਕਟ ਭਰਤੀ ਦੀ। ਤਾਂ ਡਾਇਰੈਕਟ ਭਰਤੀ ਦੇ ਵਿੱਚ ਪਹਿਲਾਂ ਜਿਹੜਾ 100% ਪ੍ਰਮੋਸ਼ਨ ਹੁੰਦੀ ਸੀ 2004 ਦੇ ਸੇਵਾ ਨਿਯਮਾਂ ਦੇ ਵਿੱਚ, ਉਸ ਨੂੰ ਚੇਂਜ ਕਰਕੇ 50-50 ਕਰ ਦਿੱਤਾ। 50% ਡਾਇਰੈਕਟ ਰਿਕਰੂਟਮੈਂਟ ਜਿਹਦਾ ਕ੍ਰਾਈਟੇਰੀਆ ਹੀ ਬਿਲਕੁਲ ਅਲੱਗ ਸੀ, ਤੇ 50% ਪ੍ਰਮੋਸ਼ਨ। ਤੇ ਜਿਹੜੀ 50% ਡਾਇਰੈਕਟ ਰਿਕਰੂਟਮੈਂਟ ਪ੍ਰਿੰਸੀਪਲਸ ਦੀ ਹੈ, ਉਹ ਇੱਕ ਤਰ੍ਹਾਂ ਦੀ ਬੈਕਡੋਰ ਐਂਟਰੀ ਹੈ, ਉਹ ਓਪਨ ਫॉर ਆਲ ਨਹੀਂ ਹੈ। ਡਾਇਰੈਕਟ ਰਿਕਰੂਟਮੈਂਟ ਉਹਦੇ ਵਿੱਚ ਜਿਹੜਾ ਹੈ ਕੋਈ ਵੀ ਟੀਚਰ, ਬਾਰ-ਬਾਰ ਨਿਯਮਾਂ ਦੇ ਨਾਲ ਖਿਲਵਾੜ ਕੀਤੇ ਗਏ। 12 ਤੋਂ ਲੈ ਕੇ 18 ਤੱਕ ਕੋਈ ਵੀ ਟੀਚਰ, ਕੋਈ ਵੀ, ਚਾਹੇ ਪ੍ਰਾਇਮਰੀ ਦਾ ਟੀਚਰ ਹੈ, ਚਾਹੇ ਕੋਈ ਟੀਚਰ ਵਿਦਆਊਟ ਬੀਐਡ ਹੈ, ਜਦ ਕਿ ਜੋ NCTE ਹੈ ਜਾਂ ਹੋਰ ਨਿਯਮ ਹਨ ਉਹਨਾਂ ਦੇ ਵਿੱਚ ਟੀਚਰ ਜਿਹੜਾ ਟੈਲੈਂਟ ਸਰਚ ਐਗਜ਼ਾਮ ਹੁੰਦਾ ਹੈ, ਉਹ ਬਹੁਤ ਜ਼ਰੂਰੀ ਹੈ ਟੀਚਰ ਬਣਨ ਦੇ ਲਈ। ਇੱਕ ਟੀਚਰ ਬਣਨ ਲਈ ਟੈਸਟ ਬਹੁਤ ਜ਼ਰੂਰੀ ਹੈ। ਤਾਂ ਉਸ ਦੇ ਵਿੱਚ ਵੀ ਸਿਰਫ 3 ਸਾਲ ਦਾ ਤਜਰਬਾ, ਪਹਿਲਾਂ 5 ਸਾਲ ਦਾ ਸੀ, ਉਹ ਘਟਾ ਕੇ ਸਿਰਫ 3 ਸਾਲ ਦਾ ਤਜਰਬਾ ਕਰ ਦਿੱਤਾ। ਉਹਦੇ ਵਿੱਚ ਕੋਈ ਵੀ ਟੀਚਰ ਜਿਹਨੇ ਸਿਰਫ ਪੋਸਟ ਗ੍ਰੈਜੂਏਸ਼ਨ ਕੀਤੀ ਹੈ, ਤੇ ਉਹ ਚਾਹੇ ਪ੍ਰਾਇਮਰੀ ਡਿਪਾਰਟਮੈਂਟ 'ਚ, ਜਿਹਨੇ ਸੀਨੀਅਰ ਸੈਕੰਡਰੀ ਸਕੂਲ ਦਾ ਤਜਰਬਾ ਵੀ ਨਹੀਂ ਹੈ ਬਿਲਕੁਲ ਵੀ, ਤਾਂ ਉਹਨਾਂ ਨੂੰ ਵੀ ਹਰੇਕ ਤਰ੍ਹਾਂ ਦੇ ਕਿਸਮ ਦੇ ਟੀਚਰਸ ਨੂੰ ਇਨਕਲੂਡ ਕਰ ਲਿਆ ਤੇ ਵਿਦਆਊਟ ਬੀਐਡ ਵੀ ਇਨਕਲੂਡ ਕਰ ਲਿਆ। ਮੈਂ ਰੋਕ ਰਿਹਾ ਸੰਜੀਵ ਜੀ ਤੁਹਾਨੂੰ, ਕਿਉਂਕਿ ਜਿੰਨਾ ਚਿਰ ਸੰਜੀਵ ਕੁਮਾਰ ਰਹੇ ਨੇ, ਮਾਰਚ 2017 ਦੀ ਗੱਲ ਹੈ, ਕੈਪਟਨ ਸਰਕਾਰ ਬਣ ਗਈ ਸੀ, ਸੁਰੇਸ਼ ਕੁਮਾਰ ਨਾਲ ਅਟੈਚ ਹੋ ਗਈ ਸੀ, ਸੁਰੇਸ਼ ਉਹਨਾਂ ਨੇ ਅੱਗੇ ਕ੍ਰਿਸ਼ਨ ਕੁਮਾਰ ਨੂੰ ਲਾ ਤਿਆ ਸੀਗਾ। ਇੱਕ ਬੜਾ ਕਲੀਅਰ ਮੈਸੇਜ ਹੈ, ਕ੍ਰਿਸ਼ਨ ਕੁਮਾਰ ਬੜਾ ਇਮਾਨਦਾਰ ਹੈਗਾ ਹੈ ਅਫਸਰ, ਜਿਹੜੇ IAS ਅਧਿਕਾਰੀ ਨੇ, ਮੁਲਾਜ਼ਮ ਵਿਰੋਧੀ ਨੇ। ਤੁਸੀਂ ਉਹਨਾਂ ਦੇ ਮੁਲਾਜ਼ਮ ਹੋ, ਤੁਸੀਂ ਕਿਤੇ ਬੀੜਾ ਤਾਂ ਨਹੀਂ ਚੱਕਿਆ ਹੋਇਆ ਕਿ ਉਹਨੂੰ ਭੰਡਣਾ ਹੀ ਭੰਡਣਾ? ਠੀਕ ਹੈ, ਉਹਨਾਂ ਸਿਰ ਭੰਨ ਰਹੇ ਹੋ ਤੁਸੀਂ। ਬਿਲਕੁਲ ਫੈਕਟਸ ਤੁਹਾਡੇ ਸਾਹਮਣੇ ਰੱਖ ਰਹੇ ਹਾਂ। ਜੋ ਫੈਕਟਸ ਬਾਰ-ਬਾਰ ਸਰਕਾਰ ਦੇ ਸਾਹਮਣੇ ਰੱਖੇ ਗਏ ਆ, ਸਿਰਫ ਉਹਨਾਂ ਦੇ ਆਧਾਰ ਤੇ ਹੀ ਅਸੀਂ ਗੱਲ ਕਰਦੇ ਹਾਂ। ਸਰਕਾਰੀ ਮੁਲਾਜ਼ਮ ਹੈ, ਕੋਈ ਇਸ ਤਰ੍ਹਾਂ ਬਿਨਾਂ ਮਤਲਬ ਕਿਸੇ ਦੇ ਜੋ ਹੈ ਇਹ ਸਾਰੀਆਂ ਤੱਕ ਨਹੀਂ ਕਰ ਰਹੇ, ਮਤਲਬ ਉਹਨਾਂ ਦੀ ਨਹੀਂ ਕਰ ਰਹੇ। ਬਿਲਕੁਲ ਇਹ ਪੋਰਟਲ ਤੇ ਵੀ ਇਹ ਚੀਜ਼ਾਂ ਹੈਗੀਆਂ, ਇਹ ਕੋਈ ਵੀ ਇਹ ਚੀਜ਼ਾਂ ਨੂੰ ਸਰਕਾਰ ਤੋਂ ਮੰਗ ਸਕਦਾ ਜਾਂ ਸਰਕਾਰ ਦੇ ਪੋਰਟਲ ਤੇ ਦੇਖ ਸਕਦਾ। ਸੋ ਮੈਂ ਗੱਲ ਕਰ ਰਿਹਾ ਸੀ ਕਿ ਸਿਰਫ 3 ਸਾਲ ਦੇ ਤਜਰਬੇ, ਉਹਦੇ ਵਿੱਚ ਬਾਰ-ਬਾਰ ਚੇਂਜਸ ਕੀਤੀਆਂ ਗਈਆਂ, ਤੇ ਉਹਦੇ ਵਿੱਚ ਦੂਸਰੇ ਟੀਚਰਸ ਜਿਹੜੇ ਬੀਐਡ ਵੀ ਨਹੀਂ ਹੈਗੇ, ਕੁਝ ਇਸ ਤਰ੍ਹਾਂ ਦੀਆਂ ਕੈਟਾਗਰੀਜ਼ ਵੀ ਸਨ, ਉਹਨਾਂ ਨੂੰ ਵੀ ਸ਼ਾਮਲ ਕਰ ਲਿਆ। ਸਿੰਪਲੀ ਇੱਕ ਟੈਸਟ ਦੇਣਾ ਹੈ ਉਹਨਾਂ ਨੇ, ਤੇ ਉਹ ਟੈਸਟ ਦੇਣ ਤੋਂ ਬਾਅਦ 3 ਸਾਲ ਦੇ ਤਜਰਬੇ ਨਾਲ ਸਿੱਧੇ ਪ੍ਰਿੰਸੀਪਲ ਬਣ ਜਾਂਦੇ ਨੇ, ਤੇ ਬਣ ਰਹੇ ਨੇ। ਇੱਕ ਬੈਚ ਬਣ ਚੁੱਕਿਆ 2020 ਤੋਂ ਪਹਿਲਾਂ, ਤੇ ਉਸ ਤੋਂ ਬਾਅਦ ਜਿਹੜੇ ਸੇਵਾ ਨਿਯਮਾਂ ਦੀ ਉਲੰਘਣਾ ਹੋਣ ਕਾਰਨ ਕਿਉਂਕਿ ਇਹ ਪੜ੍ਹੇ ਲਿਖੇ, ਸਭ ਤੋਂ ਵੱਧ ਪੜ੍ਹਿਆ ਲਿਖਿਆ ਵਰਗ ਤੇ ਸਭ ਤੋਂ ਵੱਧ ਤਜਰਬੇਕਾਰ ਵਰਗ, ਜਿਵੇਂ ਮੈਂ ਖੁਦ ਅਗਰ ਆਪਣੀ ਉਦਾਹਰਨ ਦੇਵਾਂ ਤਾਂ ਮੈਂ 1999 ਤੋਂ ਰੈਗੂਲਰ ਜੌਬ ਕਰ ਰਿਹਾ। ਵੈਸੇ 94 ਤੋਂ ਲੈਕਚਰਰ ਲੱਗਿਆ ਸੀ, ਡਾਇਰੈਕਟ ਆਇਆ ਸੀ, ਤੇ ਮੈਂ ਹੁਣ ਵੀ ਲੈਕਚਰਰ ਹੀ ਹਾਂ। ਤੇ ਕੈਟਾਗਰੀਜ਼ ਦੇ ਵਿੱਚ, ਹੋਰ ਕੈਟਾਗਰੀ ਵਿੱਚ, ਚਾਹੇ ETT ਹੈ, ਚਾਹੇ ਮਾਸਟਰ ਕੈਡਰ ਹੈ, ਲੋਕ 2-2 3-3 ਪ੍ਰਮੋਸ਼ਨਸ ਲੈ ਜਾਂਦੇ ਆ। ਪ੍ਰਮੋਸ਼ਨਸ ਆਰ देयर ਟੂ ਸਟੇ। ਪ੍ਰਮੋਸ਼ਨਸ ਨੂੰ ਅਸੀਂ ਖਤਮ ਨਹੀਂ ਕਰ, ਇਤਰਾਜ਼ ਨਹੀਂ ਹੈ, ਖਤਮ ਨਹੀਂ ਕਰ ਸਕਦਾ ਕੋਈ ਡਿਪਾਰਟਮੈਂਟ। ਪਰੰਤੂ ਕੀ ਹੋ ਰਿਹਾ ਹੈ ਕਿ ਉਧਰ ਡਾਇਰੈਕਟ ਦੇ ਵਿੱਚ ਸੇਵਾ ਨਿਯਮਾਂ ਦੀ ਵਿੱਚ ਤੋੜ-ਫੋੜ ਚੇਂਜ ਕਰਕੇ
ਅਲੱਗ ਵਰਗਾਂ ਨੂੰ ਜਿਹੜੇ ਗਵਰਨਮੈਂਟ ਜਿਹੜੇ ਸੀਨੀਅਰ ਸੈਕੰਡਰੀ ਸਕੂਲਾਂ ਦਾ ਤਜਰਬਾ ਵੀ ਨਹੀਂ ਰੱਖਦੇ ਉਹਨਾਂ ਨੂੰ ਲਾਭ ਦੇਣ ਦੀ, ਜਿਨ੍ਹਾਂ ਦਾ ਡਾਇਰੈਕਟੋਰੇਟ ਵੀ ਅਲੱਗ ਹੈ, ਜਿਨ੍ਹਾਂ ਦੇ ਜਿਹੜੇ ਗ੍ਰੇਡਸ ਵੀ ਅਲੱਗ ਹੈ ਜੋ ਕਿ ਉਹ ਤਰਕ ਸੰਗਤ ਨਹੀਂ ਹੈ, ਉਹਨਾਂ ਨੂੰ ਡਾਇਰੈਕਟ ਵਿੱਚ ਰਾਹੀਂ 50% ਭਰਤੀ। ਕਲੀਅਰ ਸ਼ਬਦਾਂ 'ਚ ਪੁੱਛਾਂ ਕੀ ਕਹਿੰਦੇ ਹੋ ਵੀ ਪੱਠਾ ਬਿਠਾਤੇ ਆ ਮਹਿਕਮੇ ਦਾ? ਬਿਲਕੁਲ ਇਹ ਆਬਵੀਅਸ ਹੈ ਜੀ। ਇਹਦੇ ਵਿੱਚ ਇੱਕ ਤਜਰਬੇਕਾਰ ਬੰਦਾ, ਤੁਹਾਡੇ ਸਾਹਮਣੇ ਦੋ ਚੁਆਇਸਿਸ ਹੈ, ਇੱਕ 3 ਸਾਲ ਦੇ ਤਜਰਬੇ ਵਾਲਾ ਜਿਸ ਨੇ ਸੀਨੀਅਰ ਸੈਕੰਡਰੀ ਸਕੂਲ ਦਾ ਤਜਰਬਾ ਵੀ ਨਹੀਂ ਹੈ, ਉਸ ਨੂੰ ਸਿੱਧਾ ਤੁਸੀਂ ਡਾਇਰੈਕਟ ਲਿਆ ਕੇ ਡਿਪਾਰਟਮੈਂਟ ਦੇ ਵਿੱਚ ਪ੍ਰਿੰਸੀਪਲ ਦਾ ਅਹੁਦਾ ਦੇ ਰਹੇ ਹੋ, ਤੇ ਇੱਕ ਪਾਸੇ 25 ਸਾਲਾਂ ਦੇ 1997 ਦੇ ਲੈਕਚਰਰ ਹਾਲੇ ਵੀ ਉਹ ਲੈਕਚਰਰ ਹੀ ਹਨ। ਇੱਕ ਵਾਰ ਸੰਜੀਵ ਜੀ ਲਿਸਟ ਸੁਣਾ ਦਿਓ ਕਿਹੜੇ ਜ਼ਿਲ੍ਹੇ 'ਚ ਕਿੰਨੇ ਨਹੀਂ ਹੈਗੇ, ਤੁਹਾਡੇ ਕੋਲ ਲਿਸਟ ਵੀ ਹੈਗੀ ਆ, ਉਹ ਦੱਸੋ ਸਾਡੇ ਦਰਸ਼ਕਾਂ ਨੂੰ। ਅੱਜ ਦੀ ਡੇਟ ਦੇ ਵਿੱਚ ਜਿਹੜਾ ਹੈ ਜੋ ਅੰਮ੍ਰਿਤਸਰ ਜ਼ਿਲ੍ਹੇ ਵਿੱਚ 9, ਹੁਸ਼ਿਆਰਪੁਰ ਜ਼ਿਲ੍ਹੇ 'ਚ 35, ਜਲੰਧਰ ਦੇ 34, ਕਪੂਰਥਲਾ 28, ਗੁਰਦਾਸਪੁਰ 33, ਫਿਰੋਜ਼ਪੁਰ 25, ਲੁਧਿਆਣਾ 30 ਇਹਨਾਂ ਸਕੂਲਾਂ ਵਿੱਚ ਪ੍ਰਿੰਸੀਪਲ ਤਾਇਨਾਤ ਨਹੀਂ ਹਨ, ਤੇ ਬਠਿੰਡਾ 'ਚ 45, ਫਰੀਦਕੋਟ 'ਚ 15, ਫਤਿਹਗੜ੍ਹ ਸਾਹਿਬ 'ਚ 5, ਫਾਜ਼ਿਲਕਾ ਦੇ 13, ਬਰਨਾਲਾ ਦੇ 23, ਮਾਨਸਾ ਦੇ 31, ਮਲੇਰਕੋਟਲਾ ਦੇ 7, ਮੋਗਾ ਦੇ 44, ਮੁਕਤਸਰ ਦੇ 13, ਪਠਾਨਕੋਟ ਦੇ 8, ਪਟਿਆਲਾ ਦੇ 13 ਅਤੇ ਤਰਨਤਾਰਨ ਦੇ 35 ਤੇ ਸੰਗਰੂਰ ਦੇ 30 ਸਕੂਲ। ਸੋ ਮੈਂ ਗੱਲ ਕਰ ਰਿਹਾ ਸੀ ਇੱਕ ਪਾਸੇ ਸੀਐਮ ਸਿਟੀ ਦਾ ਇਹ ਹਾਲ ਹੈ, ਸੰਗਰੂਰ ਦੇ 30 ਨਹੀਂ ਹੈ, ਉਸ ਤੋਂ ਬਾਅਦ ਸਾਡੇ ਹਾਇਰ ਐਜੂਕੇਸ਼ਨ ਮਿਨਿਸਟਰ ਨੇ ਮੀਤ ਹੇਅਰ ਉਹਨਾਂ ਦੇ 23, ਮਤਲਬ ਉਹਨਾਂ ਜ਼ਿਲ੍ਹੇ 'ਚ ਬਰਨਾਲੇ ਦੇ ਵਿੱਚ ਉੱਥੇ ਵੀ ਨਹੀਂ ਹੈਗੇ ਇੰਨੇ। ਬਿਲਕੁਲ ਸਰ, ਇਹ ਕਾਫੀ ਦੇਰ ਤੱਕ ਇਹ ਜੋ ਪਿਛਲੀ ਸਰਕਾਰ ਕੈਪਟਨ ਸਰਕਾਰ ਸੀ ਉਹਦੇ ਵਿੱਚ ਇਹ ਕਾਫੀ ਦੇਰ ਤੱਕ ਅਡਹੌਕਿਜ਼ਮ ਚੱਲਦਾ ਰਿਹਾ ਕਿ ਇੱਕ ਪ੍ਰਿੰਸੀਪਲ ਨੂੰ 2 ਚਾਰजेस ਦੇ ਦਿੱਤੇ, ਕਈਆਂ ਨੂੰ ਤੇ 3 ਦੇ ਦਿੱਤੇ ਵੀ ਉਹ 2 ਜਾਂ 3 ਸਕੂਲਾਂ ਨੂੰ ਸੰਭਾਲਣਗੇ। ਇਸ ਤਰੀਕੇ ਨਾਲ ਕਿਉਂਕਿ ਡਾਇਰੈਕਟਰ ਵਿੱਚ ਜਿਹੜਾ ਡਾਇਰੈਕਟਰ ਰਿਕਰੂਟਮੈਂਟ ਵਿੱਚ ਸੇਵਾ ਨਿਯਮਾਂ ਨੂੰ ਚੈਲੰਜ ਕੀਤਾ ਗਿਆ, ਜਿਹੜੇ ਕਿ ਹਾਲੇ ਤੱਕ ਵੀ ਉਹ ਸਟੇ ਹੈ, ਤੇ ਦੂਸਰੇ ਲੋਕਾਂ ਨੇ ਟੈਸਟ ਦਿੱਤੇ ਨੇ ਪਰ ਉਹ ਸਟੇ ਹੋਈ ਹੈ। ਦੂਸਰਾ ਰਸਤਾ 50% ਪ੍ਰਮੋਸ਼ਨ ਰਾਹੀਂ ਪ੍ਰਿੰਸੀਪਲ ਭਰਤੀ ਕੀਤੇ ਜਾ ਸਕਦੇ ਸੀ, ਤਾਇਨਾਤ ਕੀਤੇ ਜਾ ਸਕਦੇ ਸੀ, ਪਰ ਉਹ ਪ੍ਰਮੋਸ਼ਨ ਨਵੰਬਰ 2019 ਤੋਂ ਬੰਦ ਕੀਤੀ ਹੋਈ ਹੈ ਸਰਕਾਰ ਨੇ। ਉਹ ਪ੍ਰਮੋਸ਼ਨ ਹੀ ਨਹੀਂ ਕੀਤੀ ਜਾ ਰਹੀ, ਜਿਹਦੇ ਵਿੱਚ ਮੇਰੇ ਵਰਗੇ 25 23 ਸਾਲ ਦੇ ਲੈਕਚਰਰ ਦੇ ਤਜਰਬਾ ਰੱਖਣ ਵਾਲੇ ਹਾਲੇ ਵੀ ਆਪਣੇ ਪ੍ਰਮੋਸ਼ਨਾਂ ਉਡੀਕ ਰਹੇ ਨੇ ਜੀ। ਸੋ ਗੋਸਲ ਜੀ ਤੁਹਾਡੇ ਤੇ ਆ ਰਹੇ ਹਾਂ, ਤੁਸੀਂ ਵੀ ਲੰਮਾ ਸਮਾਂ ਮਹਿਕਮੇ ਸੇਵਾ ਕੀਤੀ, ਆਪਣੀਆਂ ਸੇਵਾਵਾਂ ਦਿੱਤੀਆਂ, ਸੰਸਥਾ ਲਈ ਐਡਵਾਈਜ਼ਰ ਤੌਰ ਤੇ ਕੰਮ ਕਰ ਰਹੇ ਹੋ, ਤੁਸੀਂ ਪ੍ਰਿੰਸੀਪਲ ਬਣ ਗਏ ਸੀ ਕਿ ਨਹੀਂ ਬਣ ਪਾਏ? ਨਹੀਂ ਜੀ, ਮੈਂ 2012 ਦੇ ਵਿੱਚ ਲੈਕਚਰਰ ਪ੍ਰਮੋਟ ਹੋਇਆ ਸੀਗਾ, ਤੇ ਇਸ ਲਈ ਮੇਰੀ ਪ੍ਰਿੰਸੀਪਲ ਬਣਨ ਦੀ ਐਲੀਜੀਬਿਲਟੀ ਨਹੀਂ ਸੀ ਬਣਦੀ। ਪਹਿਲਾਂ ਮੈਂ ਸਾਇੰਸ ਮਾਸਟਰ ਦੇ ਤੌਰ ਤੇ ਕੰਮ ਕਰਦਾ ਸੀ, ਪਰ ਇਹਦੀ ਤਰਾਸਦੀ ਇਹ ਹੈ ਵੀ ਜਿਹੜੇ ਲੋਕੀ ਪ੍ਰਿੰਸੀਪਲ ਲੈਕਚਰਰ ਬਣੇ ਹੋਏ ਨੇ ਸ਼ੁਰੂ ਤੋਂ, ਉਹਨਾਂ ਦੀ ਪ੍ਰਮੋਸ਼ਨ ਡਿਲੇ ਹੋਣ ਕਾਰਨ ਬਹੁਤੇ ਤਾਂ ਪ੍ਰਿੰਸੀਪਲ ਦੀ ਪ੍ਰਮੋਸ਼ਨ ਨੂੰ ਡੀਕਦੇ ਸੇਵਾ ਮੁਕਤ ਹੋ ਰਹੇ ਨੇ, ਤੇ ਨਾਲ ਹੀ ਉਹਨਾਂ ਨਾਲ ਚੜਾਈ ਵੀ ਕਰ ਜਾਂਦੇ ਹੋਣੇ। ਹਾਂ, ਉਹਦੇ ਸਾਰੀ ਚੀਜ਼ਾਂ ਵਿੱਚ ਏਜ ਫੈਕਟਰ ਹੈ ਨਾ ਜੀ, ਉਹਦੇ 'ਚ ਆ ਜਾਂਦੀ ਗੱਲ। ਪਰ ਇਹਦੇ 'ਚ ਇਹ ਹੈ ਵੀ ਜਦੋਂ ਸਕੂਲ ਦੇ ਵਿੱਚ ਕੋਈ ਸਕੂਲ ਦਾ ਮੁਖੀ ਹੀ ਨਹੀਂ ਹੋਏਗਾ, ਉਹ ਸਕੂਲ ਕਿਵੇਂ ਤਰੱਕੀ ਕਰੇਗਾ? ਜਿਵੇਂ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਦਾ ਸੁਪਨਾ ਹੈ, ਆਮ ਆਦਮੀ ਪਾਰਟੀ ਦਾ ਸੁਪਨਾ ਵੀ ਸਰਕਾਰੀ ਸਕੂਲਾਂ ਨੂੰ ਅਸੀਂ ਬਿਹਤਰ ਬਣਾਉਣਾ ਹੈ, ਬਹੁਤ ਅੱਛੀ ਗੱਲ ਹੈ। ਤੇ ਇਹ ਬੱਚਿਆਂ ਇਹਦਾ ਜੇ ਸਕੂਲ 'ਚ ਟੀਚਰ ਨਹੀਂ ਹੋਏਗਾ, ਇਹਦਾ ਅਲਟੀਮੇਟਲੀ ਨੁਕਸਾਨ ਬੱਚਿਆਂ ਨੂੰ ਹੋਣਾ ਹੈ। ਜਿਹੜੇ ਗਰੀਬ ਬੱਚੇ ਨੇ ਸਕੂਲਾਂ 'ਚ ਦਾਖਲ ਹੋਣ ਨੇ, ਬੜੇ ਵਿਸ਼ਵਾਸ ਨਾਲ ਅਸੀਂ ਉਹਨਾਂ ਨੂੰ ਦਾਖਲ ਕਰਦੇ ਹਾਂ ਆ ਕੇ, ਪਰ ਜਦੋਂ ਸਕੂਲ 'ਚ ਰੌਲਾ ਪਾਉਂਦੀ ਹੈ ਸਰਕਾਰੀ ਸਕੂਲਾਂ 'ਚ ਆਓ ਦਾਖਲ ਹੋ। ਹਾਂਜੀ, ਤੇ ਉਸ ਤੋਂ ਜਦੋਂ ਪੇਰੈਂਟਸ ਵੀ ਸਕੂਲ ਸਾਡੇ ਕੋਲ ਬੱਚੇ ਭੇਜ ਦਿੰਦੇ ਨੇ, ਫਿਰ ਉਹਨਾਂ ਨੂੰ ਨਿਰਾਸ਼ਾ ਹੁੰਦੀ ਹੈ ਵੀ ਨਾ ਤਾਂ ਤੁਹਾਡੇ ਕੋਲ ਲੈਕਚਰਰ ਪੜ੍ਹਾਉਣ ਵਾਲੇ ਪੂਰੇ ਨੇ, ਨਾ ਤੁਹਾਡੇ ਸਕੂਲ 'ਚ ਪ੍ਰਿੰਸੀਪਲ ਹੈ, ਨਾ ਤੁਹਾਡੇ ਸਕੂਲ ਦੇ ਵਿੱਚ ਕੋਈ ਸਫਾਈ ਸੇਵਕ ਹੈ, ਨਾ ਸਾਡੇ ਸਕੂਲ 'ਚ ਪਾਣੀ ਪੀਣ ਵਾਲਾ ਸ਼ੁੱਧ ਹੈ, ਨਾ ਸਾਨੂੰ ਬੈਠਣ ਨੂੰ ਥਾਂ ਹੈ, ਨਾ ਸਾਡੇ ਸਕੂਲ 'ਚ ਪੱਖੇ ਚੱਲਦੇ ਨੇ, ਕੋਈ ਦਾਨ ਕਰਕੇ ਪੱਖੇ ਦੇ ਗਿਆ, ਵਿੰਗੇ ਟੇਢੇ ਪੱਖੇ ਚੱਲਦੇ ਨੇ। ਇਸ ਤਰ੍ਹਾਂ ਦੇ ਕੂਲਰ ਲਵਾ ਗਿਆ। ਇਨਫਰਾਸਟ੍ਰਕਚਰ ਦੇ ਵਿੱਚ ਕਿਵੇਂ ਬੱਚੇ ਪੜ੍ਹਨਗੇ? ਵਾਟਰ ਕੂਲਰ ਬਹੁਤ ਦਾਨੀ ਸੱਜਣਾ ਨੇ ਸਕੂਲਾਂ ਦਿੱਤੇ ਹੋਏ ਨੇ, ਪਰ ਨਾ ਤਾਂ ਉਹ ਤੋਂ ਬਾਅਦ ਉਹਨਾਂ ਦਾ ਆਰਓ ਸਿਸਟਮ ਕੋਈ ਚੇਂਜ ਹੁੰਦਾ, ਨਾ ਫਿਲਟਰ ਦੁਬਾਰੇ ਲੱਗਦਾ ਹੈ, ਨਾ ਉਹਦੇ 'ਚ ਕੋਈ ਕੰਮ ਕਰ, ਜੇ ਟੁੱਟੀ ਹੈ ਤਾਂ ਟੁੱਟੀ ਰਹਿੰਦੀ ਹੈ, ਕਿਉਂਕਿ ਸਕੂਲ ਪ੍ਰਿੰਸੀਪਲ ਜਾਂ ਸਕੂਲ ਲੈਕਚਰਰ ਜਿਹੜਾ ਵੀ ਸਕੂਲ ਦਾ ਇੰਚਾਰਜ ਹੈ, ਆਪਣੀ ਜੇਬ ਤੋਂ ਕਿੰਨੇ ਪੈਸੇ ਲਾ ਕੇ ਬਿਨਾਂ ਚੌਕੀਦਾਰ ਤੋਂ ਉਹਦੀ ਰਾਖੀ ਕਰਦਾ ਰਹੇਗਾ। ਉਹ ਆਪਣੀਆਂ ਕਲਾਸਾਂ ਪੜ੍ਹਾਵੇਗਾ ਜਾਂ ਉਹ ਇਸ ਤਰ੍ਹਾਂ ਦੀ ਸਹੂਲਤਾਂ ਦੇਵੇਗਾ। ਜਦੋਂ ਕਿ ਫੁੱਲ ਫਲਾਈਜ ਪ੍ਰਿੰਸੀਪਲ ਹੋਏਗਾ ਤਾਂ ਉਹ ਸਾਰੀ ਨਿਗਰਾਨੀ ਰੱਖੇਗਾ, ਤੇ ਸਾਰੇ 15 20 ਜਾਂ 25 ਜਿੰਨਾ ਵੀ ਸਟਾਫ ਮੈਂਬਰ ਹੈ ਉਹਨਾਂ ਤੋਂ ਸਿਸਟੇਮੈਟਿਕ ਨਾਲ ਕੰਮ ਲਏਗਾ। ਜੇ ਕੰਮ ਲਏਗਾ, ਬੱਚਿਆਂ 'ਤੇ ਧਿਆਨ ਦਿੱਤਾ ਜਾਏਗਾ, ਬੱਚੇ ਧਿਆਨ ਦੇਗਾ, ਬੱਚੇ ਪੜ੍ਹਨਗੇ, ਤਰੱਕੀ ਕਰਨਗੇ, ਰਿਜ਼ਲਟ ਆਪਣੇ ਆਪ ਵਧੀਆ ਆਉਣਗੇ। ਪਰ ਇੱਕ ਹੋਰ ਸਾਡੇ ਮਹਿਕਮੇ ਤਰਾਸਦੀ ਹੈ, 5-6 ਹਜ਼ਾਰ ਟੀਚਰ ਸਾਡੇ ਇਦਾਂ ਦੇ ਨੇ ਜਿਹੜੇ ਹੈ ਤਾਂ ਸਕੂਲਾਂ 'ਚ ਤਾਇਨਾਤ ਨੇ, ਪਰ ਉਹਨਾਂ ਦਾ ਕੰਮ ਦਫ਼ਤਰਾਂ ਦੇ ਵਿੱਚ ਕਿਸੇ ਨੂੰ ਡੀਐਮ ਲਾਇਆ ਹੋਇਆ, ਕਿਸੇ ਨੂੰ BM ਲਾਇਆ ਹੋਇਆ। ਉਹਨਾਂ ਦਾ ਕੰਮ ਹੈ ਵੀ ਸਕੂਲਾਂ 'ਚ ਜਾ ਕੇ ਦੇਖਣਾ ਵੀ ਕੌਣ ਕੀ ਪੜ੍ਹਾ ਰਿਹਾ, ਪਰ ਉਹਨਾਂ ਦਾ ਆਪਣਾ ਵਿਸ਼ਾ ਸਫ਼ਰ ਕਰ ਰਿਹਾ। ਤੇ ਸਰਕਾਰ ਨੂੰ ਬੇਨਤੀ ਹੈ ਵੀ ਪਹਿਲੀ ਪਹਿਲ ਤਾਂ ਸਭ ਤੋਂ ਵੱਧ ਜੋ ਸਰਕਾਰ ਦਾ ਕਿਸੇ ਚੀਜ਼ 'ਤੇ ਪੈਸਾ ਖਰਚ ਨਹੀਂ ਆਉਣਾ, ਪਹਿਲਾਂ ਜਿਹੜੇ DM
ਤੇ ਬੀਐਮ ਲੱਗੇ ਨੇ ਉਹਨਾਂ ਨੂੰ ਸਕੂਲ 'ਚ ਭੇਜਿਆ ਜਾਵੇ। ਉਸ ਤੋਂ ਬਾਅਦ ਸਰਕਾਰ ਨੂੰ ਵੱਧ ਤੋਂ ਵੱਧ ਪ੍ਰਮੋਸ਼ਨਾਂ ਕੀਤੀਆਂ ਜਾਣ, ਪਦੋન્નਤੀਆਂ ਕੀਤੀਆਂ ਜਾਣ। ਉਹ 'ਤੇ ਸਰਕਾਰ ਦਾ ਨਾ ਕੋਈ ਭਰਤੀਆਂ ਵੀ ਕੀਤੀਆਂ ਜਾਣ। ਸਰਕਾਰ ਦਾ ਪੈਸਾ ਨਹੀਂ ਲੱਗਦਾ ਪਦੋन्नਤੀ ਕਰਨ 'ਚ। ਭਰਤੀ ਕਰਨ ਨੂੰ ਮੰਨ ਲਿਆ ਸਰਕਾਰ ਕੋਲ ਪੈਸੇ ਘੱਟ ਨੇ, ਉਹ ਡਿਲੇ ਕਰਨੇ ਆ, ਭਰਤੀ ਪ੍ਰੋਸੈਸ ਹੈ, ਕੋਡ ਵੀ ਚੈਲੰਜ ਹੋ ਜਾਂਦਾ ਹੈ, ਉਹਨੂੰ ਟਾਈਮ ਲੱਗਦਾ। ਪਰ ਜੇ ਪ੍ਰਮੋਸ਼ਨਾਂ ਕਰਨੀਆਂ ਹੋਣ ਉਹਨੂੰ ਟਾਈਮ ਨਹੀਂ ਲੱਗਦਾ। ਉਹਨਾਂ ਨੂੰ ਇਹ ਪ੍ਰਮੋਸ਼ਨਾਂ ਕਰਨ ਲਈ ਸਰਕਾਰ ਦੀ ਨੀਤੀ ਹੋਵੇ ਤਾਂ 1 ਹਫ਼ਤੇ ਜਾਂ 1 ਮਹੀਨੇ 'ਚ ਕਰ ਸਕਦਾ ਹੈ। ਪਰ ਸਾਡੀ ਤਰਾਸਦੀ ਇਹ ਹੈ ਵੀ ਮੰਤਰੀ ਤੀਜਾ ਬਦਲ ਗਿਆ 1 ਸਾਲ ਦੇ ਵਿੱਚ। ਪਹਿਲਾਂ ਕਾਂਗਰਸ ਸਰਕਾਰ ਸੀਗੀ, ਉਹਨਾਂ ਨੇ ਪ੍ਰਗਟ ਸਿੰਘ ਨੂੰ ਸਿੱਖਿਆ ਮੰਤਰੀ ਬਣਾਤਾ। ਸਰਕਾਰ ਬਦਲ ਗਈ। ਪ੍ਰਗਟ ਤੋਂ ਪਹਿਲਾਂ ਸ਼ਾਇਦ ਵਿਜੇਂਦਰ ਸਿੰਗਲਾ ਰਹੇ, ਸਿੰਗਲਾ ਤੋਂ ਪਹਿਲਾਂ ਓਮ ਪ੍ਰਕਾਸ਼ ਸੋਨੀ ਰਹੇ। ਮੈਂ ਇਹ ਸਾਲ ਦੀ ਕਰਦਾ 1922 ਦੀ, ਪ੍ਰਗਟ ਸਿੰਘ ਜੀ ਦੀ 2022 ਦੇ ਵਿੱਚ। ਤੇ ਫਿਰ ਉਸ ਤੋਂ ਬਾਅਦ ਮੀਤ ਹੇਅਰ ਜੀ ਆ ਗਏ ਤੇ ਹੁਣ ਤੀਜੇ ਸਿੱਖਿਆ ਮੰਤਰੀ ਸਾਡੇ ਹਰਜੋਤ ਬੈਨ ਜੀ ਨੇ, ਜਿਹੜੇ ਬੜੇ ਐਕਟਿਵ ਨੇ ਤੇ ਬਹੁਤ ਸੁਤੰਤਰਤਾ ਨਾਲ ਕੰਮ ਕਰਦੇ ਨੇ। ਪਰ ਉਹ ਆਪ ਵੀ ਇੱਕ ਟੀਚਰ ਦੇ ਬੇਟੇ ਨੇ। ਭਗਵੰਤ ਮਾਨ ਜੀ ਵੀ ਇੱਕ ਟੀਚਰ, ਸਾਇੰਸ ਮਾਸਟਰ ਜੀ ਦਾ ਬੇਟਾ ਹੈ। ਉਹ ਗੱਲਾਂ ਤਾਂ ਬਹੁਤ ਕਰਦੇ ਨੇ, ਪਰ ਉਹਨਾਂ ਨੂੰ ਸਾਨੂੰ ਉਮੀਦ ਹੈ ਭਗਵੰਤ ਮਾਨ ਜੀ ਨੂੰ ਜੇ ਸਾਡੀ ਗੱਲ ਪਹੁੰਚ ਜਾਵੇ ਵੀ 550 ਜਿਹੜੇ ਪ੍ਰਿੰਸੀਪਲਾਂ ਦੀਆਂ ਪੋਸਟਾਂ ਖਾਲੀਆਂ ਨੇ ਸੀਨੀਅਰ ਸੈਕੰਡਰੀ ਸਕੂਲ ਦੇ 1906 ਸਕੂਲ ਨੇ ਪੰਜਾਬ ਦੇ ਜਿਹੜੇ ਸੀਨੀਅਰ ਸੈਕੰਡਰੀ ਸਕੂਲ ਨੇ, ਉਹਨਾਂ ਵਿੱਚ 550 ਪ੍ਰਿੰਸੀਪਲਾਂ ਦੀਆਂ ਪੋਸਟਾਂ ਖਾਲੀ ਨੇ। ਅਜੇ ਜੇ ਅਸੀਂ ਦਫ਼ਤਰਾਂ ਦੀ ਗੱਲ ਕਰੀਏ ਤਾਂ DPI ਦਫ਼ਤਰ ਜੋ ਮੁੱਖ ਦਫ਼ਤਰ ਹੈ ਸਾਡਾ, 5 ਡਿਪਟੀ ਡਾਇਰੈਕਟਰਾਂ ਦੀਆਂ ਪੋਸਟਾਂ ਖਾਲੀ ਨੇ, 4 ਜੁਆਇੰਟ ਡਾਇਰੈਕਟਰਾਂ ਦੀਆਂ ਪੋਸਟਾਂ ਖਾਲੀ ਨੇ। ਉਹਨਾਂ ਦੇ ਉੱਤੇ ਜੂਨੀਅਰ ਅਧਿਕਾਰੀਆਂ ਨੂੰ ਸਹਿ ਡਾਇਰੈਕਟਰਾਂ ਨੂੰ ਚਾਰਜ ਦੇ ਕੇ ਵਾਧੂ ਕੰਮ ਕਿੰਨੇ ਸਮੇਂ ਤੋਂ ਨੇ ਗੋਸਲ ਸਾਹਿਬ? ਇਹ ਜਦੋਂ ਚੀਮਾ ਸਾਹਿਬ ਦੇ ਸਿੱਖਿਆ ਮੰਤਰੀ ਸੀਗੇ, ਹਾਂਜੀ ਅਕਾਲੀ, ਉਦੋਂ ਡਿਪਟੀ ਡਾਇਰੈਕਟਰ ਦੀਆਂ ਪੋਸਟਾਂ ਭਰੀਆਂ ਗਈਆਂ ਸੀਆਂ। ਉਸ ਤੋਂ ਬਾਅਦ ਪ੍ਰਮੋਸ਼ਨ ਡਿਪਟੀ ਡਾਇਰੈਕਟਰ ਦੀ ਨਹੀਂ ਹੋਈ। ਤੇ ਰਣਬੀਰ ਜੀ ਤੁਹਾਡੇ ਤੱਕ ਮੈਂ ਆ ਰਿਹਾ ਹੈਗਾ ਕਿਉਂਕਿ ਤੁਹਾਡੇ ਸੀਨੀਅਰ ਸਾਥੀ ਨੇ, ਤੁਸੀਂ ਯੰਗ ਹੈਗੇ ਹੋ, ਹਾਲੇ ਸਭ ਤੋਂ ਘੱਟ ਸਰਵਿਸ ਤੁਹਾਡੀ ਹੋਈ ਹੋਣੀ ਇਹਨਾਂ ਦੇ ਮੁਕਾਬਲੇ। ਇਹ ਜੋ ਸਿਲਸਿਲਾ ਦੇਖਿਆ ਜਦੋਂ ਸਿੱਖਿਆ ਮਹਿਕਮੇ ਤੁਸੀਂ ਭਰਤੀ ਹੋ ਗਏ ਸੀਗੇ, ਤੇ ਭਰਤੀ ਹੋਣ ਤੋਂ ਪਹਿਲਾਂ ਤੁਹਾਡਾ ਕੀ ਨਜ਼ਰੀਆ ਸੀ, ਹੁਣ ਕੀ ਸੋਚਦੇ ਹੋ ਮਹਿਕਮੇ ਨੂੰ ਲੈ ਕੇ? ਦੇਖੋ ਸਰ, ਮੈਂ ਖੁਦ ਇੱਕ ਸਰਕਾਰੀ ਸਕੂਲ 'ਚ ਪੜ੍ਹਿਆ ਜੀ। ਸਰਕਾਰੀ ਸਕੂਲ ਦੇ ਵਿੱਚ ਜਿਹੜਾ ਸੀਗਾ ਪੜ੍ਹਾਈ ਦਾ ਮਿਆਰ ਬਹੁਤ ਅੱਛਾ ਸੀ ਪਹਿਲਾਂ। ਉਹਦਾ ਇੱਕ ਕਾਰਨ ਇਹ ਸੀ ਕਿ ਉਹ ਟੀਚਰਸ ਜਿਹੜੇ ਸੀਗੇ ਉਹ ਸਟੂਡੈਂਟਸ ਦੇ ਨਾਲ ਬਹੁਤ ਜੁੜੇ ਹੋਏ ਸੀ, ਰਾਬਤਾ ਰੱਖਦੇ ਸੀ, ਬਹੁਤ ਜ਼ਿਆਦਾ ਰਾਬਤਾ ਸੀ। ਸਾਡੇ ਘਰਾਂ ਤੱਕ ਵੀ ਰਾਬਤਾ ਸੀ, ਪੇਰੈਂਟਸ ਦੇ ਨਾਲ ਉਹਨਾਂ ਦੀ ਗੱਲਬਾਤ ਹੁੰਦੀ ਰਹਿੰਦੀ ਸੀ। ਪਰ ਜਿਉਂ ਸ਼ਹਿਰੀਕਰਨ ਹੋਣਾ ਸ਼ੁਰੂ ਹੋਇਆ ਤਾਂ ਉਹਦੇ ਨਾਲ ਕੀ ਹੋਇਆ ਕਿ ਉਹ ਰਾਬਤਾ ਜਿਹੜਾ ਪਿੰਡਾਂ ਦਾ ਬੱਚਿਆਂ ਦੇ ਨਾਲ, ਪੇਰੈਂਟਸ ਦੇ ਨਾਲ ਸੀਗਾ, ਜਾਂ ਨਿੱਜੀ ਜਿਹੜਾ ਜਾਣਕਾਰੀ ਸੀ ਟੀਚਰ ਦੀ, ਉਹ ਘਟੀ, ਪਾੜਾ ਵੱਧ ਗਿਆ। ਹਾਂਜੀ, ਉਹ ਪਾੜਾ ਸੀ ਜਿਹੜਾ ਉਹ ਵਧਿਆ ਹੈ ਸ਼ਹਿਰੀਕਰਨ ਦੇ ਕਾਰਨ। ਦੂਸਰਾ, ਸਰਕਾਰ ਦੀਆਂ ਕੁਝ ਨੀਤੀਆਂ ਇਸ ਤਰ੍ਹਾਂ ਦੀਆਂ ਪਿਛਲੇ ਸਮੇਂ ਦੇ ਵਿੱਚ ਆਈਆਂ ਜਿਨ੍ਹਾਂ ਨੇ ਸਾਨੂੰ ਪਿੱਛੇ ਨੂੰ ਧੱਕਿਆ। ਉਹਨਾਂ ਦੇ ਵਿੱਚ ਖਾਸ ਤੌਰ ਤੇ ਹੈ ਕਿ ਟੀਚਰ ਨੂੰ ਅੱਗੇ ਇਹ ਹੁੰਦਾ ਸੀਗਾ ਕਿ ਉਹ ਆਪਣੀ ਮਰਜ਼ੀ ਦੇ ਨਾਲ ਆਪਣਾ ਸਿਲੇਬਸ ਪੜ੍ਹਾਉਂਦਾ ਸੀ। ਮੀਨਿੰਗ ਇਹ ਕਿ ਉਹਨੂੰ ਪਤਾ ਹੈ ਕਿ ਆਹ ਹੁਣ ਬਸੰਤ ਰੁੱਤ ਚੱਲ ਰਹੀ ਹੈ ਤੇ ਬਸੰਤ ਦੀ ਕਵਿਤਾ ਪੜ੍ਹਾਤੀ, ਠੀਕ ਹੈ ਨਹੀਂ। ਹੁਣ ਨਵਾਂ ਜਦੋਂ ਇੰਸਟਰਕਸ਼ਨ ਸਿਸਟਮ ਆ ਗਿਆ, ਹਦਾਇਤ ਸਿਸਟਮ ਹੈ ਹੁਣ ਇਹ ਹੈ ਕਿ ਉੱਪਰੋਂ ਹਦਾਇਤ ਆਏਗੀ ਵੀ ਇਹ ਸਿਸਟਮ ਹੈ ਕਿ ਹਿਟਲਰ ਵਾਂਗੂ ਹੁਕਮ, ਨਾਦਰਸ਼ਾਹੀ ਫਰਮਾਨ। ਬਿਲਕੁਲ ਹੁਕਮ ਵਾਲਾ ਹਿਸਾਬ ਹੀ ਹੈ ਜੀ ਕਿ ਜੋ ਉੱਪਰੋਂ ਆਇਆ, ਪੈਟਰਨ ਉੱਪਰੋਂ ਸੈੱਟ ਹੋਇਆ, ਉਹੀ ਤੁਸੀਂ ਕਲਾਸ ਦੇ ਵਿੱਚ ਪੜਾਉਣਾ। ਕ੍ਰਿਸ਼ਨ ਕੁਮਾਰ ਤੋਂ ਪਹਿਲਾਂ ਇਹ ਚੱਲਣ ਸੀ ਕਿ ਉਹ ਤੋਂ ਬਾਅਦ ਹੋਇਆ? ਉਹਨਾਂ ਤੋਂ ਬਾਅਦ ਜ਼ਿਆਦਾ ਹੋਇਆ ਜੀ। ਅੱਛਾ, ਵੱਧ ਗਿਆ ਤਕਰੀਬਨ, ਬਹੁਤ ਜ਼ਿਆਦਾ ਹੈ। ਸਮੇਂ ਤੇ ਜਿਵੇਂ ਕਿਹਾ ਜਾਂਦਾ ਉਵੇਂ ਹੀ ਕਰਨਾ ਹੈ, ਮੀਨਿੰਗ ਕਿ ਉਹਦੇ ਤੋਂ ਅੱਗੇ ਪਿੱਛੇ ਹੁਕਮ ਆ ਗਿਆ ਵੀ ਇਹ ਲਾਗੂ ਹੈ। ਬਿਲਕੁਲ ਉਹ ਲਾਗੂ ਹੈ ਜੀ। ਉਸੇ ਈਵਨ ਦੈਨ ਕਿ ਉਹਦੇ ਉੱਤੇ ਇੱਕ ਚੈੱਕ ਵੀ ਆ, BM ਆਏਗਾ, ਉਹ ਚੈੱਕ ਕਰੇਗਾ ਕਿ ਆਹ ਚੀਜ਼ ਜਿਹੜੀ ਪੜਾਉਣੀ ਸੀ ਪੜਾਤੀ। ਪੂਰੀ ਫੁੱਲ ਫਾਰਮ ਦੱਸਿਓ। DM ਡਿਸਟ੍ਰਿਕਟ ਮੈਂਟਰ DM ਹੈ ਜੀ। ਅੱਛਾ। ਬਲਾਕ ਮੈਂਟਰ ਜਿਹੜਾ ਹੈਗਾ BM ਹੈ। ਅੱਛਾ, ਇਹ ਵੀ ਪਤਾ ਲੱਗਿਆ ਵੀ ਜਿਹੜੇ DM BM ਬਣਾਏ ਨੇ ਇਹ ਨੌਜਵਾਨ ਨੇ, ਬੜੀ ਘੱਟ ਉਮਰ ਦੇ ਨੇ, ਜਿਨ੍ਹਾਂ ਨੂੰ 20 25 ਸਾਲ ਪੜਾਉਂਦੇ ਹੋਣਗੇ, ਉਹਨਾਂ ਨੂੰ ਜਾ ਕੇ ਚੈੱਕ ਕਰਦੇ ਫਿਰਦੇ ਨੇ। ਸਰ ਗੱਲ ਇਹ ਹੈ ਕਿ ਉਹ ਜਿਹਦੀ ਵੀ ਅਪਰੋਚ ਹੈਗੀ ਉਹ BM DM ਹੈ। ਅੱਛਾ, ਸਿੱਧਾ ਇਹ ਜਾਂ ਕਹੀਏ ਵੀ ਜਿਹੜਾ ਸਕੂਲ 'ਚ ਪੜਾਉਣਾ ਨਹੀਂ ਚਾਹੁੰਦਾ ਉਹ DM ਬਣ ਜਾਂਦਾ? ਨਹੀਂ, ਇਸ ਤਰ੍ਹਾਂ ਤਾਂ ਮੈਂ ਨਹੀਂ ਕਹੂੰਗਾ ਕਿ ਕਿਉਂਕਿ ਟੀਚਰ ਭਾਈ ਹੈ ਤਾਂ ਉਹ ਵੀ ਟੀਚਰ ਨੇ, ਕੰਮ ਤਾਂ ਉਹਨਾਂ ਨੂੰ ਮਿਲਿਆ ਹੋਇਆ, ਸਕੂਲਾਂ 'ਚ ਡਿਊਟੀ ਤਾਂ ਹੈ। ਬਿਲਕੁਲ ਡਿਊਟੀ ਉਹਨਾਂ ਦੀ ਸਕੂਲਾਂ ਦੇ ਵਿੱਚ ਹੈ ਜੀ। ਬਿਲਕੁਲ ਉਹਨਾਂ ਦੀ ਡਿਊਟੀ ਸਕੂਲਾਂ 'ਚ ਬਣਦੀ ਹੈਗੀ ਤੇ ਉਹਨਾਂ ਨੂੰ ਸਕੂਲਾਂ ਦੇ ਵਿੱਚ ਪਹਿਲ ਦੇ ਆਧਾਰ ਤੇ ਪੜਾਉਣਾ ਚਾਹੀਦਾ। ਇਹ ਗੱਲ ਦੇ ਉੱਤੇ ਆਪਾਂ ਜ਼ੋਰ ਦੇ ਕੇ ਕਹਿ ਸਕਦੇ ਹਾਂ। ਠੀਕ ਹੈ, ਰਿਜ਼ਲਟ ਤਾਂ ਸਕੂਲਾਂ ਦਾ ਮਾੜਾ ਹੋਣਾ ਨਾ, ਬਿਲਕੁਲ। ਗੱਲ ਤਾਂ ਬੱਚਿਆਂ ਤੇ ਆਣੀ ਹੈ। ਬੇਸਿਕਲੀ ਬੱਚਿਆਂ ਦਾ ਲਾਸ ਕਿਸੇ ਪੱਧਰ ਤੇ ਨਹੀਂ ਹੋਣਾ ਚਾਹੀਦਾ। ਇਹਦੇ ਵਾਸਤੇ ਜਿਹੜਾ ਇਹ ਪੈਟਰਨ ਹੈ, ਇਹਦੇ ਵਾਸਤੇ ਸਾਡੇ ਕੋਲੇ ਬਲਾਕ ਐਜੂਕੇਸ਼ਨ ਆਫੀਸਰ ਨੇ, BEO ਨੇ, DO ਸਾਹਿਬ ਹੈਗੇ ਨੇ, ਜ਼ਿਲ੍ਹਾ ਪੱਧਰ ਤੇ ਹੈਗੇ ਨੇ। ਉਹ ਇੱਕ ਪੈਟਰਨ ਸੀਗਾ ਜਿਹੜਾ ਪਹਿਲਾਂ ਹੀ ਬਣਿਆ ਹੋਇਆ ਸੀਗਾ, ਜਿਹੜਾ ਕਿ ਇਨਸਪੈਕਸ਼ਨ ਕਾਡਰ ਦਾ ਕੰਮ ਕਰਦਾ, ਠੀਕ ਹੈ ਨਾ। ਉਦੋਂ ਜਿਹੜਾ ਇਹਨਾਂ ਨੇ ਨਵਾਂ ਪੈਟਰਨ ਲੈ ਕੇ ਆਂਦਾ ਸੈਕਟਰੀ ਸਾਹਿਬ ਨੇ,
ਉਹਨਾਂ ਨੇ ਉਹ ਆਪਣਾ ਇੱਕ ਢਾਂਚਾ ਖੜਾ ਕੀਤਾ ਜਿਹਦੇ ਵਿੱਚ ਸਿੱਖਿਆ ਸੁਧਾਰ ਟੀਮ ਆ ਗਈ, BM ਆ ਗਏ, ਤੇ ਉਹਦੇ ਨਾਲ ਇੱਕ ਹੌਚ-ਪੌਚ ਜਿਹੜਾ ਨਿਚਲੇ ਪੱਧਰ ਦੇ ਉੱਤੇ ਸਿੱਖਿਆ ਦਾ ਕ੍ਰਿਸ਼ਨ ਕੁਮਾਰ ਬਦਲ ਗਏ ਹੈ, ਨਵੇਂ ਅਫਸਰ ਆ ਗਏ ਹੈ, ਉਹ ਨਹੀਂ ਦੇਖ ਰਹੇ ਯਾਰ ਇਹ 'ਚ ਕੁਝ ਹੈਂਕੀ ਪੈਂਕੀ ਹੈ, ਕੁਝ ਗਲਤ ਹੈ, ਇਹਨੂੰ ਆਪਾਂ ਸੁਧਾਰ ਕਰੀਏ। ਤੁਹਾਡੇ ਵੱਲੋਂ ਸੁਝਾਅ ਨਹੀਂ ਜਾ ਰਹੇ ਉਹਨਾਂ ਤੱਕ? ਸਰ ਆਮ ਜਿਹੜੇ ਆ ਟੀਚਰ ਹੈਗਾ ਉਹਦੀ ਡਿਮਾਂਡ ਵੀ ਹੈ ਤੇ ਉਹਨਾਂ ਦਾ ਸੁਝਾਅ ਵੀ ਹੁੰਦਾ ਹਮੇਸ਼ਾ ਹੀ, ਪਰ ਜੋ ਸਰਕਾਰ ਜਿਵੇਂ ਹੁਕਮ ਕਰਦੀ ਹੈ ਅਸੀਂ ਤਾਂ ਹੁਕਮ ਦੇ ਅਨੁਸਾਰ ਹੀ ਚੱਲਣਾ ਹੁੰਦਾ ਹੈ ਜੀ। ਸੋ ਸੰਜੀਵ ਜੀ, ਇੱਕ ਵਾਰ ਫਿਰ ਤੁਹਾਡੇ ਤੱਕ ਆ ਰਿਹਾ ਹੈਗਾ, ਨਵੀਂ ਸਰਕਾਰ ਜਿਹੜੀ ਆਪ ਸਰਕਾਰ 4 ਮਹੀਨੇ ਬਣੀ ਨੂੰ ਹੋ ਗਏ, ਔਰ ਜਿੱਦਾਂ ਕਹਿੰਦੇ ਆ ਕਿ ਸਾਡੀ ਜਿਹੜੀ ਪ੍ਰਾਇਮਰੀ ਪ੍ਰਾਇੋਰਟੀ ਆ, ਮੁੱਖ ਸਾਡੀਆਂ ਜਿਹੜੀਆਂ ਹੈਗੇ ਜਿਹੜਾ ਨਜ਼ਰੀਆ ਉਹ ਸਿੱਖਿਆ ਨੂੰ ਸੁਧਾਰ ਹੈਗਾ। ਸਿੱਖਿਆ ਸੁਧਾਰ ਮਤਲਬ ਅਧਿਆਪਕਾਂ ਦੀ ਘਾਟ ਪੂਰੀ ਕਰਨੀ ਹੈ, ਬੱਚਿਆਂ ਨੂੰ ਵੱਧ ਤੋਂ ਵੱਧ ਸਰਕਾਰੀ ਸਕੂਲਾਂ 'ਚ ਲਿਆਉਣਾ ਹੈ। ਸਿਸਟਮ ਕਿਉਂ ਨਹੀਂ ਠੀਕ ਹੋ ਪਾਇਆ? 4 ਮਹੀਨੇ ਤਾਂ ਸ਼ਾਇਦ ਸਰਕਾਰ ਬਹੁਤ ਕੁਝ ਕਰ ਸਕਦੀ ਹੈ। ਸਰ ਅਸੀਂ ਗੁਰਮੀਤ ਸਿੰਘ ਮੀਤ ਹੇਅਰ ਜੀ ਨੂੰ ਉਹਨਾਂ ਦੇ ਗ੍ਰਹਿ ਵਿਖੇ ਵੀ, ਉਹਨਾਂ ਦੇ ਦਫ਼ਤਰ ਵਿਖੇ ਵੀ 2 ਵਾਰ ਮਿਲੇ, ਉਹਨਾਂ ਨੂੰ ਆਪਣੀਆਂ ਸਾਰੀਆਂ ਡਿਮਾਂਡਸ ਲਿਖਤੀ ਵੀ ਦਿੱਤੀਆਂ, ਉਹਨਾਂ ਨਾਲ ਅਸੀਂ ਡਿਸਕਸ਼ਨ ਵੀ ਕੀਤੀ, ਉਹਨਾਂ ਦੇ OSD ਜੀ ਨਾਲ ਵੀ ਡਿਸਕਸ਼ਨ ਕੀਤੀ ਸਾਰੀ। ਉਹਨਾਂ ਨੇ ਬੜੇ ਧਿਆਨ ਨਾਲ ਗੱਲਾਂ ਸੁਣੀਆਂ ਤੇ ਇਹ ਵਾਅਦਾ ਕੀਤਾ ਸੀ ਕਿ ਅਸੀਂ ਬਹੁਤ ਜਲਦੀ ਸਿੱਖਿਆ ਦੇ ਵਿੱਚ ਸੁਧਾਰ ਲਿਆਵਾਂਗੇ ਤੇ ਜੋ ਵੀ ਪੁਰਾਣਾ ਸਿਸਟਮ ਹੈ ਇਸ ਨੂੰ ਅਸੀਂ ਓਵਰਹਾਲਿੰਗ ਕਰਾਂਗੇ ਜਾਂ ਬਦਲਾਂਗੇ। ਉਸ ਤੋਂ ਬਾਅਦ ਕਿਉਂਕਿ ਜਦੋਂ ਤੱਕ ਅਸੀਂ ਸਾਰੀਆਂ ਯੂਨੀਅਨਸ ਨੇ ਆਪਣੀਆਂ ਡਿਮਾਂਡਸ ਉਹਨਾਂ ਨੂੰ ਸਮਝਾਈਆਂ ਜਾਂ ਉਹਨਾਂ ਨੂੰ ਸਾਰੀਆਂ ਰੱਖੀਆਂ, ਉਸ ਤੋਂ ਬਾਅਦ ਉਹ 2-3 ਮਹੀਨੇ ਬਾਅਦ ਉਹ ਖੁਦ ਹੀ ਬਦਲ ਗਏ ਤੇ ਉਸ ਤੋਂ ਬਾਅਦ 2-3 ਮਹੀਨੇ ਥੋੜੇ ਨਹੀਂ ਹੁੰਦੇ। ਇੱਕ ਮਿਨਿਸਟਰ ਦੀ ਜੇ ਕੋਈ ਚੇਂਜ ਕਰਨਾ ਚਾਹਵੇ, ਸੁਝਾਅ ਦੇ ਸਾਹਮਣੇ ਪਏ ਸੀ, ਤੁਸੀਂ ਲੋਕਾਂ ਨੇ ਲਿਖ ਕੇ ਦਿੱਤੇ ਹੋਏ ਸੀ, ਫਿਰ ਉਹਨਾਂ ਨੇ ਕੀ ਕੀਤਾ? ਉਹ ਡਮੀ ਰਹੇ ਇਸ ਮਹਿਕਮੇ ਦੇ ਮਿਨਿਸਟਰ। ਫਿਰ ਉਹਨਾਂ ਦੇ ਕਹਿਣ ਮੁਤਾਬਕ ਉਹ ਅਸੈਸ ਕਰ ਰਹੇ ਆ, ਉਹ ਸਥਿਤੀ ਨੂੰ ਵਾਚ ਰਹੇ ਆ ਤੇ ਉਸ ਨੂੰ ਸਾਰਿਆਂ ਨੂੰ ਜਾਂਚ ਪੜਤਾਲ ਕਰਨ ਤੋਂ ਬਾਅਦ ਇਹਦੇ ਵਿੱਚ ਚੇਂਜਸ ਲਿਆਣਗੇ। ਇਸ ਤੋਂ ਬਾਅਦ ਫਿਰ ਅਸੀਂ ਜਦੋਂ ਹਰਜੋਤ ਬੈਂਸ ਜੀ ਆਏ, ਇਹਨਾਂ ਨੂੰ ਵੀ ਅਸੀਂ 2 ਵਾਰ ਮਿਲ ਚੁੱਕੇ ਆ, ਇਹਨਾਂ ਨਾਲ ਪੈਨਲ ਮੀਟਿੰਗ ਲੈ ਚੁੱਕੇ ਆ ਅਸੀਂ 22 ਜੁਲਾਈ ਨੂੰ ਪੰਜਾਬ ਭਵਨ ਵਿਖੇ ਤੇ 18 ਅਗਸਤ ਨੂੰ ਇਹਨਾਂ ਦੇ ਆਫਿਸ ਵਿਖੇ। ਉਹਨਾਂ ਨੂੰ ਵੀ ਅਸੀਂ ਆਪਣੀਆਂ ਲਿਖਤੀ ਡਿਮਾਂਡ ਸਾਰੀਆਂ ਦਿੱਤੀਆਂ, ਉਹਨਾਂ ਨੇ ਬਹੁਤ ਧਿਆਨ ਨਾਲ ਸਾਡੀਆਂ ਗੱਲਾਂ ਸੁਣੀਆਂ, ਸਹਿਮਤੀ ਵੀ ਹੋਈ ਹੈ। ਡਿਪਾਰਟਮੈਂਟ ਦੇ ਦਫ਼ਤਰ ਦੇ ਆਫੀਸਰ ਉੱਥੇ ਬੈਠੇ ਹੁੰਦੇ ਆ, ਜੋ ਵੀ ਅਸੀਂ ਫੈਕਟਸ ਐਂਡ ਫਿਗਰਸ ਰੱਖੇ ਉਹਦੇ ਵਿੱਚ ਸਾਰੇ ਵਰਗ ਦੀ ਸਹਿਮਤੀ ਸੀ। ਜੇ ਕੋਈ ਇਤਰਾਜ਼ਯੋਗ ਗੱਲ ਹੁੰਦੀ ਉੱਥੇ ਉਹ ਕਹਿੰਦੇ ਕਿ ਇਹ ਗਲਤ ਗੱਲ ਹੈ, ਪਰ ਉਹਨਾਂ ਨੇ ਵੀ ਇਹੀ ਕਿਹਾ ਕਿ ਬਹੁਤ ਜਲਦੀ ਅਸੀਂ ਪ੍ਰਮੋਸ਼ਨਾਂ ਕਰਾਂਗੇ ਤੇ ਬਹੁਤ ਜਲਦੀ ਇਹਨਾਂ ਜਿਹੜੀਆਂ ਮੰਗਾਂ ਵੱਲ ਧਿਆਨ ਦੇਵਾਂਗੇ। ਪਰੰਤੂ ਹਾਲੇ ਸਮਾਂ ਲੰਘਦਾ ਜਾ ਰਿਹਾ ਤੇ ਇਹ ਗੱਲ ਵੱਲ ਹਾਲੇ ਜੋ ਹੈ ਸਰਕਾਰ ਵੱਲੋਂ ਹਾਲੇ ਕਦਮ ਨਹੀਂ ਚੁੱਕਿਆ। ਪ੍ਰਮੋਸ਼ਨਾਂ ਜਿੱਦਾਂ ਆਪਾਂ ਗੱਲ ਕਰੀਏ DM ਦੀ BM ਦੀ ਗੱਲ ਕਰਕੇ ਹਟਿਆ, ਵੀ ਮੈਂ ਸਿੱਧੇ ਸ਼ਬਦਾਂ 'ਚ ਕਹਾਂ, ਜਿਹੜਾ ਮਾਸਟਰ ਕਹਿੰਦਾ ਮੈਂ ਸਕੂਲ 'ਚ ਪੜ੍ਹਾਉਣਾ ਨਹੀਂ, ਉਹ DM ਲੱਗ ਜਾਂਦਾ ਸਿਫਾਰਿਸ਼ ਲਵਾ ਕੇ ਜਾਂ BM ਬਣ ਜਾਂਦਾ ਹੈਗਾ। ਪ੍ਰਮੋਸ਼ਨਾਂ ਵਿੱਚ ਇੱਦਾਂ ਦਾ ਹੈਂਕੀ ਪੈਂਕੀ ਹੈ ਨਹੀਂ, ਜਾਂ ਜੂਨੀਅਰ ਨੂੰ ਸੀਨੀਅਰਸ ਦਾ ਚਾਰਜ ਦਿੱਤਾ ਗਿਆ, ਇਹਦੇ 'ਚ ਕੁਝ ਗਲਤ ਲੱਗਦਾ? ਨਹੀਂ, ਉਹ ਕਿਉਂ ਦੇ ਰਹੇ ਆ? ਪ੍ਰਮੋਸ਼ਨ ਇੱਕ ਸੀਨੀਅਰਟੀ ਦੇ ਹਿਸਾਬ ਨਾਲ ਸਿਸਟਮ ਤੇ ਆਧਾਰਿਤ ਹੈ, ਜੋ ਸੀਨੀਅਰਟੀ ਲਿਸਟ ਬਣੀ ਹੋਈ ਹੈ ਉਹਦੇ ਮੁਤਾਬਕ ਹੁੰਦੀ ਹੈ। ਬਸ ਜੂਨੀਅਰ ਨੂੰ ਸੀਨੀਅਰ ਦਾ ਚਾਰਜ ਨਹੀਂ ਦੱਸ ਕੇ ਹਟਨੇ ਦਫ਼ਤਰ ਦੇ ਵਿੱਚ ਉਹ ਚੱਲ ਰਿਹਾ, ਠੀਕ ਹੈ, ਬਟ ਗੱਲ ਜਿਹੜੀ ਮੈਂ ਕਰ ਰਿਹਾ ਸੀ ਲੈਕਚਰਰ ਟੂ ਪ੍ਰਿੰਸੀਪਲ ਦੀ ਪ੍ਰਮੋਸ਼ਨ ਦੀ, ਉਹਦੇ ਵਿੱਚ ਜਿਹੜਾ ਹੈਗਾ ਉਹ ਸੀਨੀਅਰਟੀ ਤੇ ਬੇਸ ਹੀ ਹੁੰਦਾ। ਪਰ ਗੱਲ ਇਹ ਹੈ ਕਿ ਉਹ ਪਿਛਲੇ 3 ਸਾਲਾਂ ਤੋਂ ਉਸ ਪਾਸੇ ਕਦਮ ਹੀ ਨਹੀਂ ਚੁੱਕਿਆ, ਨਾ ਪਿਛਲੀ ਸਰਕਾਰ ਨੇ ਤੇ ਨਾ ਹੁਣ ਤੱਕ ਇਹਨਾਂ ਨੇ ਭਰੋਸਾ ਜ਼ਰੂਰ ਦਿੱਤਾ, ਅਸੀਂ ਵੇਟ ਕਰ ਰਹੇ ਹਾਂ। ਪਿਛਲੀ ਸਰਕਾਰ ਕੈਪਟਨ ਵਾਲੀ ਹੋ ਗਈ, ਹੁਣ ਵਾਲੀ ਭਗਵੰਤ ਮਾਨ ਦੀ ਵਿੱਚ ਚਰਨਜੀਤ ਚੰਨੀ ਆਏ ਸੀ, ਉਹਨਾਂ ਨੇ ਕੁਝ ਕੀਤਾ ਸੀ? ਵਿਜੇਂਦਰ ਸਿੰਗਲਾ ਜੀ ਨੂੰ ਵੀ ਮਿਲੇ ਸੀ, ਪ੍ਰਗਟ ਸਿੰਘ ਜੀ ਨੂੰ ਵੀ ਮਿਲੇ ਸੀ, ਇਹਨਾਂ ਨੂੰ ਅਸੀਂ 3 ਵਾਰ ਮਿਲੇ ਜੀ, ਸੈਕਟਰੀ ਸਾਹਿਬਾਨ ਨੂੰ ਵੀ ਮਿਲੇ ਜੀ, ਪਰ ਹਾਲੇ ਤੱਕ ਇੱਕ ਪ੍ਰਮੋਸ਼ਨ ETT ਤੋਂ ਮਾਸਟਰ ਕੈਡਰ ਤੋਂ ਲੈਕਚਰਰ, ਸਾਰੇ ਵਰਗਾਂ ਦੀਆਂ ਪ੍ਰਮੋਸ਼ਨਾਂ ਹੋ ਰਹੀਆਂ ਤੇ ਹੋ ਚੁੱਕੀਆਂ, ਪਰੰਤੂ ਇੱਕ ਲੈਕਚਰਰ ਵਰਗ ਦੀ ਨਹੀਂ ਹੋ ਰਹੀ। ਔਰ ਜਿਹੜੇ ਮੈਂ ETT ਤੇ ਮਾਸਟਰ ਕੈਡਰ ਵਰਗ ਕਹਿ ਰਿਹਾ, ਉਹਨਾਂ ਦੇ ਜਿਹੜੀ ਸੀਨੀਅਰਟੀ ਚੈਲੰਜ ਹੋਈ ਹੈ ਤੇ ਉਸ ਤੇ ਸਟੇ ਵੀ ਹੈ, ਉਸ ਦੇ ਬਾਵਜੂਦ ਵੀ ਪ੍ਰੋਵੀਜ਼ਨਲੀ ਤੇ ਕੰਡੀਸ਼ਨਲੀ ਉਹਨਾਂ ਨੂੰ ਪ੍ਰੋਮੋਸ਼ਨ ਦੇ ਦਿੱਤੀ ਗਈ ਹੈ। ਤੁਹਾਨੂੰ ਕਿਉਂ ਲਟਕਾ ਰਹੇ ਆ ਫਿਰ ਇਹਦੇ ਵਿੱਚ? ਮੈਂ ਇਸ ਵਿੱਤੀ ਬੋਝ ਪੈਂਦਾ? ਬਿਲਕੁਲ ਨਹੀਂ ਜੀ, ਵਿੱਤੀ ਬੋਝ ਕੋਈ ਨਹੀਂ ਹੈ। ਅਸੀਂ ਜਦੋਂ ਬਾਰ-ਬਾਰ ਕੰਟੈਕਟ ਕੀਤਾ ਹੈ ਸੈਕਟਰੀ ਸਾਹਿਬਾਨ ਨੂੰ ਵੀ, ਐਜੂਕੇਸ਼ਨ ਮਿਨਿਸਟਰ ਸਾਹਿਬਾਨ ਨੂੰ ਵੀ, ਤਾਂ ਬਾਰ-ਬਾਰ ਕੁਝ ਦਫ਼ਤਰੀ ਜੋ ਅੜਚਨਾ ਜਾਂ ਕੁਝ ਕਹਿ ਲਓ ਕੁਝ ਛੋਟੀਆਂ-ਮੋਟੀਆਂ ਕਮੀਆਂ ਪੇਸ਼ੀਆਂ ਦੱਸਦੇ ਰਹੇ ਨੇ, ਅਸੀਂ ਉਹਨਾਂ ਨੂੰ ਧਿਆਨ 'ਚ ਵੀ ਲਿਆਂਦੇ। ਮੈਂ ਕਹਾਂ ਤੁਹਾਨੂੰ ਟਾਲਣ ਦੇ ਲਈ, ਤੁਹਾਨੂੰ ਲਟਕਾਉਣ ਲਈ ਜੋ ਕਾਰਨ ਦੱਸਦੇ ਨੇ, ਵਜ੍ਹਾ ਦੱਸਦੇ ਨੇ, ਉਹ ਵੈਲਿਡ ਰੀਜ਼ਨ ਨੇ ਕਿ ਲਟਕਾਊ ਕੰਮ ਹੈ? ਵੈਲਿਡ ਨਹੀਂ ਹੈ ਸਰ। ਪਹਿਲਾ ਰੀਜ਼ਨ ਇਹ ਸੀ, ਉਹ ਕਹਿ ਰਹੇ ਸੀ ਬੈਕਲੌਗ ਕਿਸੇ ਇੱਕ ਵਰਗ ਦਾ ਬਣਦਾ, ਉਹ ਅਸੀਂ ਕੰਟੈਂਟ ਕੀਤਾ ਪੂਰਾ, ਉਸ ਨੂੰ ਫੈਕਟਸ ਐਂਡ ਫਿਗਰਸ ਨਾਲ ਰੱਖਿਆ। ਇਹ ਉਹ ਕ੍ਰਿਸ਼ਨ ਕੁਮਾਰ ਜੀ ਵੇਲੇ ਹੀ ਰੱਖਿਆ ਸੀ ਤੇ ਅਖੀਰ ਵਿੱਚ ਜਿਹੜਾ ਹੈ ਅਜੋਏ ਸ਼ਰਮਾ ਜੀ ਜਦੋਂ ਸੈਕਟਰੀ ਬਣੇ ਤੇ ਉਹਨਾਂ ਨੇ ਇਹ ਗੱਲ ਐਕਸੈਪਟ ਕੀਤੀ ਕਿ ਬੈਕਲੌਗ ਪ੍ਰਮੋਸ਼ਨ 'ਚ ਨਹੀਂ ਹੁੰਦਾ। ਜਦੋਂ 2018 ਦੇ ਨਿਯਮ ਨਵੇਂ ਬਣ ਗਏ ਤਾਂ ਉਦੋਂ 2018 ਦੀ ਜਿਹੜੀ ਪ੍ਰਮੋਸ਼ਨ ਸੀ 19 ਦੇ ਵਿੱਚ, ਜਦੋਂ ਉਦੋਂ ਤੱਕ ਸਾਰੀਆਂ ਪੋਸਟਾਂ ਭਰੀਆਂ ਗਈਆਂ ਤਾਂ ਫਿਰ ਬੈਕਲੌਗ ਦਾ ਕੋਈ ਸਿਸਟਮ ਹੀ ਨਹੀਂ ਹੁੰਦਾ। ਇਹ ਗੱਲ ਕਲੀਅਰ ਹੁਣ ਜਾਂ ਖਤਮ ਡਿਪਾਰਟਮੈਂਟ ਨੂੰ ਕਲੀਅਰ ਕਰਨ ਦੇ ਵਿੱਚ 1.5 ਸਾਲ ਲੰਘ ਗਿਆ ਜੀ। ਉਸ ਤੋਂ ਬਾਅਦ ਅਗਲਾ ਆਬਜੈਕਸ਼ਨ ਇਹ ਲਗਾ ਰਿਹਾ ਸੀ ਡਿਪਾਰਟਮੈਂਟ ਕਿ ਤੁਹਾਡੀ ਸੀਨੀਅਰਟੀ ਤੇ ਚੈਲੰਜ ਹੈ, ਤੁਹਾਡੀ ਸੀਨੀਅਰਟੀ ਤੇ ਸਟੇ ਹੈ।
ਅੱਜ ਕੱਲ੍ਹ ਤੇ ਬੜਾ ਅੱਛਾ ਸਿਸਟਮ ਹੈ ਜੀ। ਕੋਰਟ ਦਾ ਨੰਬਰ ਜੋ ਜੱਜਮੈਂਟ ਦਾ ਕੇਸ ਦਾ ਨੰਬਰ ਭਰੋ ਤੇ ਪਤਾ ਲੱਗ ਜਾਂਦਾ ਜੀ। ਅਸੀਂ ਕ੍ਰਿਸ਼ਨ ਕੁਮਾਰ ਜੀ ਤੋਂ ਲੈ ਕੇ ਐਂਡ ਤੱਕ ਅਜय ਸ਼ਰਮਾ ਜੀ ਤੱਕ ਇਹ ਗੱਲ ਰੱਖੀ ਕਿ ਦੇਰ ਇਜ਼ ਨੋ ਸਟੇ ਔਨ ਦਾ ਸੀਨੀਅਰਿਟੀ ਲਿਸਟ ਆਫ ਲੈਕਚਰਰਸ। ਬਿਲਕੁਲ ਨਹੀਂ ਹੈਗੀ, ਉਹ ਕਨਫਰਮ ਕਰ ਲੈਣ। ਕਾਫੀ ਦੇਰ ਤੱਕ ਇਸ ਵੀ ਡਿਪਾਰਟਮੈਂਟ ਨੇ ਸਾਡੀ ਇਹ ਗੱਲ ਨਹੀਂ ਮੰਨੀ, ਪਰ ਅਖੀਰ ਵਿੱਚ ਇਹ ਗੱਲ ਡਿਪਾਰਟਮੈਂਟ ਮੰਨ ਚੁੱਕਿਆ ਹੈ ਕਿ ਕੋਈ ਸਟੇ ਨਹੀਂ ਹੈ ਸੀਨੀਅਰਿਟੀ ਤੇ ਲਿਸਟ ਤੇ ਕੋਈ ਬੈਕਲੌਗ ਨਹੀਂ ਹੈ, ਤੇ ਪਰੰਤੂ ਪ੍ਰਮੋਸ਼ਨਸ ਨਹੀਂ ਹੋ ਰਹੀਆਂ। ਸਿੱਧਾ ਸਵਾਲ ਹੈ, ਇਮਾਨਦਾਰ ਨਾਲ ਜਵਾਬ ਚਾਹਾਂਗਾ। ਕ੍ਰਿਸ਼ਨ ਕੁਮਾਰ ਜੇ ਜਿਹਾ ਕੁਝ ਕਰਕੇ ਗਏ ਹੈ, ਕਾਲਾ ਮਾਲਾ ਮੈਂ ਸ਼ਬਦ ਵਰਤ ਰਿਹਾ ਪੰਜਾਬੀ ਦਾ, ਤਾਂ ਕਿਉਂ? ਨਹੀਂ, ਇਹ ਦੇਖੋ ਜਿੱਦਾਂ ਦੀ ਗੱਲ ਹੈ ਨਾ ਵੀ ਇਹ ਕੋਈ ਸੈਕਟਰੀ ਕਰ ਗਿਆ ਹੈ, ਉਹ ਬਦਲ ਗਿਆ, ਆਪਣੇ ਟਾਈਮ ਚਲਾ ਗਿਆ ਜਿਵੇਂ ਚਲਾਉਣੀ ਸੀ। ਹੁਣ ਤਾਂ ਨਵੇਂ ਸੈਕਟਰੀ ਜੋ ਆ ਗਏ ਉਹਨਾਂ ਦੀ ਜ਼ਿੰਮੇਵਾਰੀ ਹੈ ਜੀ। ਜੋ ਵੀ ਉਹਨਾਂ ਨੇ ਕਰਨਾ ਆਪਣੇ ਹਿਸਾਬ ਨਾਲ ਕਰਨਾ ਤੇ ਨਿਯਮ ਦੇ ਅਨੁਸਾਰ ਕਰਨਾ। ਜਿੰਨੇ ਵੀ ਸਰਕਾਰ ਦੇ ਅਫਸਰ ਹੁੰਦੇ ਨੇ, ਕੋਈ ਸਬੋਰਡੀਨੇਟ ਹੋਵੇ ਜਾਂ ਅਫਸਰ ਹੋਵੇ, ਉਹਨਾਂ ਨੇ ਨਿਯਮਾਂ ਦੇ ਅਨੁਸਾਰ। ਫਿਰ ਹੌਸਲਾ ਕਿਉਂ ਨਹੀਂ ਕਰ ਰਹੇ ਨਵੇਂ ਵਾਲੇ? ਨਵਿਆਂ ਨੂੰ ਤਾਂ ਗੱਲ ਇਹ ਕਹਿ ਸਕਦੇ ਹਾਂ ਜੀ, ਸਾਡੇ ਹੁਣ 23 ਜ਼ਿਲ੍ਹੇ ਨੇ ਜੀ, ਉਹਨਾਂ ਦੇ ਵਿੱਚੋਂ ਘੱਟੋ ਘੱਟ 10 ਜਾਂ 12 ਡੀਓ ਦੀਆਂ ਪੋਸਟਾਂ ਖਾਲੀ ਨੇ। ਮਤਲਬ 45% ਤੋਂ ਜ਼ਿਆਦਾ? ਹਾਂਜੀ, ਨਹੀਂ 25% ਰੱਖ ਲਓ ਜੀ, ਖਾਲੀ ਨੇ। ਉਹ ਖਾਲੀ ਦਾ ਮਤਲਬ ਇਹ ਵੀ ਇੱਕ ਡੀਓ ਨੂੰ 3-3 ਥਾਂ ਦਾ ਚਾਰਜ ਦਿੱਤਾ ਹੋਇਆ ਹੈ। ਜਦੋਂ ਸਾਡੇ ਕੋਲ 1400 ਪ੍ਰਿੰਸੀਪਲ ਨੇ ਪੰਜਾਬ 'ਚ ਕੰਮ ਕਰਦੇ ਨੇ, ਉਹਨਾਂ 'ਚੋਂ ਕਿਆ ਸਰਕਾਰ ਨੂੰ 6 ਮਹੀਨੇ 'ਚ 15 ਬੰਦੇ ਨਹੀਂ ਲੱਭੇ ਜਿਹੜੇ ਡੀਓ ਲਾ ਸਕਦੇ? ਹੁਣ ਬੜੀ ਸ਼ਰਮ ਵਾਲੀ ਗੱਲ ਹੈ ਸਰਕਾਰ ਦੇ ਲਈ। 2 ਮੰਤਰੀ ਬਦਲ ਜਾਣ ਤੇ ਅਜੇ ਡੀਓ ਦੀਆਂ ਪੋਸਟਾਂ ਨਾ ਭਰੀਆਂ ਜਾਣ। ਇਹ ਜਾਣ ਕੇ ਨਹੀਂ ਭਰੀਆਂ ਜਾ ਰਹੀਆਂ? ਕੋਈ ਸਾਜ਼ਿਸ਼ ਲੱਗਦੀ ਹੈ? ਇਹ ਹੁਣ ਪਤਾ ਨਹੀਂ, ਇਹ ਤਾਂ ਜਾਂ ਲਾਪਰਵਾਹੀ ਜਾਂ ਨਲਾਇਕੀ, ਕੀ ਨਾਮ ਦਵੋਗੇ? ਇਹ ਤਾਂ ਉਹੀ ਦੱਸ ਸਕਦੇ ਨੇ ਵੀ ਕੀ ਹੈ। ਪਰ ਜਦੋਂ ਸਕੂਲਾਂ ਨੂੰ ਡੀਓ ਦਫ਼ਤਰ ਵਾਲਿਆਂ ਦਾ ਡੀਓ ਹੋਣਾ ਚਾਹੀਦਾ ਹੈ, ਸਰਕਾਰ ਦੀ ਜ਼ਿੰਮੇਵਾਰੀ ਹੈ। ਇੱਕ ਥਾਣੇ ਦਾ SHO ਬਦਲਦਾ ਹੈ ਤਾਂ ਉਸ ਦਿਨ ਉਸਨੂੰ ਚਾਰਜ ਛੱਡਣ ਤੋਂ ਪਹਿਲਾਂ ਨਵਾਂ SHO ਆ ਜਾਂਦਾ ਹੈ। ਜ਼ਿਲ੍ਹੇ ਦਾ ਜੁਆਇਨ ਕਰਾ ਕੇ ਜਾਂਦਾ। ਹਾਂਜੀ, ਜ਼ਿਲ੍ਹੇ ਦਾ DC ਬਦਲਦਾ ਹੈ ਤਾਂ DC ਦੇ ਆਰਡਰ ਹੋਣ ਨਾਲ ਜਦੇ DC ਦੇ ਆਰਡਰ ਹੋ ਜਾਂਦੇ। ਇਹ ਪਤਾ ਨਹੀਂ ਇਹ ਸਿੱਖਿਆ ਦਾ ਸੁਧਾਰ ਕਰਨ ਦੇ ਲਈ ਕਿਹੜਾ ਸੁਧਾਰ ਭਾਲਦੇ ਨੇ ਵੀ ਉਹਨਾਂ ਦੀ ਪੋਸਟਾਂ ਖਾਲੀ ਰੱਖ ਕੇ ਕੋਈ ਸੁਧਾਰ ਹੋ ਰਿਹਾ ਹੈ। ਕੋਈ ਸਾਡੀ ਸਮਝ ਤੋਂ ਬਾਹਰ ਹੈ। ਹੋ ਸਕਦਾ ਇਹਨਾਂ ਦੀ ਸਮਝ ਪੈਂਦਾ ਹੋਵੇ ਵੀ ਡੀਓ ਦੀਆਂ ਦੀ ਪੋਸਟਾਂ ਖਾਲੀ ਰੱਖ ਦਈਏ। ਫਾਰ ਐਗਜ਼ਾਮਪਲ ਮੋਹਾਲੀ ਜ਼ਿਲ੍ਹਾ ਸਭ ਤੋਂ ਵੱਡਾ ਸ਼ਹਿਰ ਦਾ ਜਾਂ ਪੰਜਾਬ ਦਾ ਹੈੱਡਕੁਆਟਰ ਹੈ, ਹਰ ਅਫਸਰ ਦੀ ਨਜ਼ਰ ਇੱਥੇ ਹੈ ਜੀ। ਇੱਥੇ ਜਿਹੜਾ ਡੀਓ ਐਲੀਮੈਂਟਰੀ ਨੇ ਸੁਸ਼ੀਲ ਨਾਥ ਜੀ ਨੂੰ, ਉਹਨਾਂ ਨੂੰ ਡੀਓ ਸੈਕੰਡਰੀ ਮੋਹਾਲੀ ਦਾ ਚਾਰਜ ਦਿੱਤਾ ਹੋਇਆ, ਇੱਕ ਫਤਿਹਗੜ੍ਹ ਸਾਹਿਬ ਦਾ ਦਿੱਤਾ ਹੋਇਆ। ਮੈਨੂੰ ਨਹੀਂ ਸਮਝ ਲੱਗਦੀ ਉਹ ਡੀਓ 'ਚ ਕਿੰਨੀ ਕਪੈਸਿਟੀ ਹੈ ਵੀ ਜਿਹੜੇ 3 ਜਾਂ ਤਾਂ ਪੋਸਟਾਂ ਹੀ ਨਾ ਹੋਣ। ਮੰਨ ਲਓ ਵੀ ਉਹ ਪੋਸਟ ਇੱਕ ਤੇ ਹੀ ਕੰਮ ਕਰ ਸਕਦਾ ਹੈ, ਫਿਰ ਕੀ ਲੋੜ ਹੈ ਇਦਾਂ 3-3 ਸੈਕਟਰੀ ਲਾਉਣ ਇੱਕ ਮਹਿਕਮੇ 'ਚ? ਫਿਰ ਇੱਕ ਸੈਕਟਰੀ ਉਹ ਕੰਮ ਚਲਾ ਲਵੇ। DGSE ਦੀ ਫਿਰ ਕੀ ਲੋੜ ਹੈ DGSE ਲਾਉਣ ਦੀ? IS ਅਫਸਰਾਂ ਨੂੰ ਕਿਤੇ ਹੋਰ ਪਾਸੇ ਲਾਏ, ਖਰਚੇ ਵਧਾਉਣ ਦੀ। DPI ਸਾਹਿਬ ਲਾਏ ਨੇ, PCS ਅਫਸਰ ਨੇ, ਫਿਰ ਉਹ ਲੱਗਣਾ ਸਾਡੇ ਡਿਪਾਰਟਮੈਂਟ ਤੋਂ ਚਾਹੀਦਾ ਹੈ। ਮਾਸਟਰ ਇੰਨਾ ਕਾਬਿਲ ਲੱਗਦਾ ਹੈ ਤਾਂ ਫਿਰ IS ਤਾਂ ਜ਼ਿਆਦਾ ਕਾਬਿਲ ਹੋਏਗਾ। ਉਹਨਾਂ ਨੂੰ ਇਦਾਂ ਕਰਕੇ ਲਾ ਲਓ। ਮਤਲਬ ਉਹ ਸਰਕਾਰ ਜੇ ਪੈਸੇ ਤੇ ਘਟਾਉਣਾ ਚਾਹੁੰਦੀ ਹੈ ਤਾਂ ਉਹਨੂੰ ਮੋਨੀਟਰਿੰਗ ਕਰਨ ਦੇ ਲਈ ਡੀਓ ਹੋਣਾ ਦਾ ਬਹੁਤ ਜ਼ਰੂਰੀ ਹੈ ਨਾ। ਅਸੀਂ ਪ੍ਰਿੰਸੀਪਲਾਂ ਦੀਆਂ ਪੋਸਟਾਂ ਲੈਕਚਰਰ ਤੋਂ ਪ੍ਰਮੋਸ਼ਨ ਹੋਣ ਲਈ ਮੰਗਦੇ ਨੇ, ਪਰ ਇਹ ਤਾਂ ਜਿਹੜੇ ਬਣੇ ਹੋਏ ਨੇ ਉਹਨਾਂ ਦੇ ਵਿੱਚੋਂ ਚੁਣ ਕੇ ਨਹੀਂ ਲਾ ਸਕਦੇ। ਇਹ ਸਰਕਾਰ ਤੋਂ ਅਸੀਂ ਕੀ ਆਸ ਕਰ ਸਕਦੇ ਸਾਡੇ ਬੱਚੇ? ਤੇ ਇੱਕ ਹੋਰ ਸੀਗੀ ਵੱਡੀ ਗੱਲ, ਜਦੋਂ ਕਾਂਗਰਸ ਸਰਕਾਰ ਵੇਲੇ ਸਕੂਲਾਂ ਨੂੰ ਸਾਇੰਸ ਗਰੁੱਪ ਦਿੱਤੇ ਗਏ ਸੀਗੇ ਕ੍ਰਿਸ਼ਨ ਕੁਮਾਰ ਜੀ ਦੇ ਵੇਲੇ, ਉਹਨਾਂ ਨੇ ਕੀ ਕੀਤਾ, ਜਿਹੜੇ ਸਕੂਲਾਂ ਸਾਇੰਸ ਗਰੁੱਪ ਦਿੱਤੇ 76 ਸਕੂਲ ਸੀਗੇ, ਉਹਨਾਂ 'ਚ ਸਾਇੰਸ ਦੀਆਂ 4 ਪੋਸਟਾਂ ਹੁੰਦੀਆਂ ਨੇ। +2 ਦੇ ਲਈ ਗੱਲ ਕਰਦਾ ਮੈਂ, ਫਿਜ਼ਿਕਸ, ਕੈਮਿਸਟਰੀ, ਮੈਥਮੈਟਿਕਸ ਤੇ ਬਾਇਓਲੋਜੀ। ਤੇ ਉਹਨਾਂ ਦੇ ਲਈ ਹਰ ਸਕੂਲ ਦੇ ਵਿੱਚ 2-2 ਲੈਕਚਰਰ ਦਿੱਤੇ ਗਏ ਨੇ। ਕੀ ਇਹ ਵਾਜਬ ਹੈ ਵੀ 4 ਸਬਜੈਕਟਾਂ ਨੂੰ 2 ਲੈਕਚਰਰ ਪੜ੍ਹਾਉਣ? ਜਿਹੜਾ ਇੱਕ ਫਿਜ਼ਿਕਸ ਦਾ ਲੈਕਚਰਰ ਹੈ, MSc ਫਿਜ਼ਿਕਸ ਕੀਤੀ ਹੋਈ ਹੈ, ਉਹਨੇ ਬਾਇਓ ਜਿਹੜੀ ਪੜ੍ਹੀ ਵੀ ਹੁੰਦੀ ਹੈ, ਉਹਨੇ ਕਿਉਂਕਿ ਨੌਨ ਮੈਡੀਕਲ ਪੜ੍ਹ ਕੇ ਆਉਂਦਾ, ਉਹਨੇ ਬਾਇਓ ਨਹੀਂ ਪੜ੍ਹੀ ਹੁੰਦੀ, 10ਵੀਂ ਤੱਕ ਬਾਇਓ ਪੜ੍ਹੀ ਹੈ, ਉਹ ਬਾਇਓ ਵਾਲਾ ਕਿਵੇਂ ਪੜ੍ਹਾ ਸਕਦਾ? ਜਿਹੜਾ ਹੁਣ ਭਾਲਦੇ ਹੋ ਰਿਜ਼ਲਟ 100% ਹੋਵੇ। ਜਿਹੜਾ ਮੈਥ ਪੜ੍ਹਾਉਂਦਾ ਹੈ, ਜਿਹੜਾ ਕੋਈ ਬਾਇਓ ਤੋਂ ਕੈਮਿਸਟਰੀ ਦਾ ਪੜ੍ਹੀ ਹੋਈ ਹੈ, ਮੈਡੀਕਲ ਸਟਰੀਮ ਤੋਂ ਆਇਆ, ਉਹਨੇ ਵੀ 10ਵੀਂ ਤੱਕ ਮੈਥ ਪੜ੍ਹਿਆ, ਉਹ +2 ਦਾ ਮੈਥ ਕਿਵੇਂ ਪੜ੍ਹਾ ਸਕਦਾ ਹੈ? ਇਸ ਤਰ੍ਹਾਂ ਦੀਆਂ ਕਮੀਆਂ ਨੇ ਜੋ ਸਾਡੇ ਡਿਪਾਰਟਮੈਂਟ 'ਚ ਨੇ। ਇਹ ਕੋਈ ਸਿੱਖਿਆ ਸ਼ਾਸਤਰੀ ਉਹ ਇਹਨੂੰ ਦੂਰ ਕਰ ਸਕਦਾ ਹੈ। ਸਰਕਾਰ ਨੂੰ ਚਾਹੀਦਾ ਹੈ ਵੀ ਸਿੱਖਿਆ ਸ਼ਾਸਤਰੀਆਂ ਦੀ ਕੋਈ ਕਮੇਟੀ ਬਣਾਵੇ ਜਿਹੜਾ ਕੋਈ ਵਿਦਿਆ ਦੇ ਸੁਧਾਰ ਲਈ ਸੋਚੇ। ਐਡਮਿਨਿਸਟ੍ਰੇਟਰ ਅਫਸਰ ਤਾਂ ਬਹੁਤ ਨੇ, ਉਹ ਸਰਕਾਰ ਦਾ ਪੈਸਾ ਬਚਾ ਦੇਣਗੇ ਪਰ ਬੱਚਿਆਂ ਦਾ ਨੁਕਸਾਨ ਜ਼ਰੂਰ ਕਰਨਗੇ। ਇਹ ਭਗਵੰਤ ਮਾਨ ਜੀ ਨੂੰ ਇਹਨਾਂ ਬਾਰੇ ਸੋਚਣਾ ਚਾਹੀਦਾ। ਬਿਲਕੁਲ ਸਰ, ਇਸੇ ਗੱਲ 'ਚ ਵਾਅਦਾ ਕਰ ਰਹੇ ਹਾਂ। ਜਿਵੇਂ ਇੱਕ ਸਕੂਲ 'ਚ ਇਕਨੋਮਿਕਸ ਤੇ ਕਮਰਸ ਹੈ ਜੀ, ਉੱਥੇ ਵੀ ਇੱਕ ਪੋਸਟ ਦਿੱਤੀ ਹੈ। ਜੇ ਇਕਨੋਮਿਕਸ ਵਾਲਾ ਹੈ ਤਾਂ ਉਹ ਕਮਰਸ ਵੀ ਪੜ੍ਹਾਏਗਾ, ਜੇ ਕਮਰਸ ਵਾਲਾ ਹੈ ਉਹ ਇਕਨੋਮਿਕਸ ਵੀ ਪੜ੍ਹਾਏਗਾ। ਇਸ ਤੋਂ ਇਲਾਵਾ ਜਿਹੜੇ ਸਕੂਲ ਨੇ ਜਿਵੇਂ ਆਰਟਸ ਵਾਲੇ, ਹਿਊਮੈਨਿਟੀਜ਼ ਬੇਸਡ ਸਕੂਲ ਨੇ ਸਟਰੀਮ ਵਾਲੇ, ਉਹਨਾਂ ਦੇ ਵਿੱਚ ਜਿਵੇਂ ਮੈਂ ਆਪਣੇ ਸਕੂਲ ਦੀ ਹੀ ਗੱਲ ਕਰਾਂ, ਜੇ ਉੱਥੇ 6 ਪੋਸਟਾਂ ਹੋਣੀਆਂ ਚਾਹੀਦੀਆਂ ਇੰਗਲਿਸ਼, ਪੰਜਾਬੀ, ਹਿਸਟਰੀ, ਪੋਲੀਟੀਕਲ ਸਾਇੰਸ, ਇਕਨੋਮਿਕਸ ਤੇ ਫਿਜ਼ੀਕਲ ਐਜੂਕੇਸ਼ਨ, ਤਾਂ ਮੇਰੇ ਸਕੂਲ ਦੇ ਵਿੱਚ ਜੇ ਇਕਨੋਮਿਕਸ ਤੇ ਪੋਲੀਟੀਕਲ ਸਾਇੰਸ ਦੀ ਪੋਸਟ ਨਾ ਤਾਂ ਖਾਲੀ ਹੈ ਨਾ ਭਰੀ ਹੋਈ ਹੈ।
ਇੱਕ ਅਜਿਹਾ ਸਿਸਟਮ ਕ੍ਰਿਸ਼ਨ ਕੁਮਾਰ ਜੀ ਕਰਕੇ ਗਏ ਆ ਸਿਸਟਮਸ ਰੈਸ਼ਨਲਾਈਜੇਸ਼ਨ ਦੇ ਅਧੀਨ ਕਿ ਉਹ ਗਿਣਤੀ ਦੇਖਦੇ ਸੀ ਕਿ ਇੱਕ ਸਕੂਲ 'ਚ ਟੋਟਲ ਬੱਚੇ ਕਿੰਨੇ ਹੈ ਤੇ ਟੋਟਲ ਅਧਿਆਪਕ ਕਿੰਨੇ ਹੈ, ਉਹਨਾਂ ਨੂੰ ਡਿਵਾਈਡ ਕਰਕੇ ਉਹਨਾਂ ਦੇ ਪੀਰੀਅਡ ਦੇ ਮੁਤਾਬਕ ਉਹਨਾਂ ਨੇ ਇਹ ਸਟਾਫ ਦਿੱਤਾ ਹੋਇਆ ਹੈ। ਇਹਦੇ ਵਿੱਚ ਇਹ ਨਹੀਂ ਵੇਖਿਆ ਜਾ ਰਿਹਾ ਕਿ ਇੰਗਲਿਸ਼ ਇੱਕ ਮੈਂ ਜਿਵੇਂ ਇੰਗਲਿਸ਼ ਦਾ ਲੈਕਚਰਰ ਹਾਂ ਤਾਂ ਉਹ ਇਕਨੋਮਿਕਸ ਵਿੱਚ ਐਕਸਪਰਟ ਕਿਵੇਂ ਹੋ ਸਕਦਾ ਹੈ, ਤਾਂ ਹੁਣ ਇੰਗਲਿਸ਼ ਵਾਲਾ ਇਕਨੋਮਿਕਸ ਪੜ੍ਹਾਵੇ ਜਾਂ ਕੋਈ ਪੰਜਾਬੀ ਵਾਲਾ ਹਿਸਟਰੀ ਪੜ੍ਹਾਵੇ ਜਾਂ ਪੋਲੀਟੀਕਲ ਸਾਇੰਸ ਪੜ੍ਹਾਵੇ, ਤਾਂ ਅਸੀਂ ਰਲ ਮਿਲ ਕੇ ਜਿਹੜੇ 4 ਲੈਕਚਰਰ ਹੈ ਅਸੀਂ ਹੀ ਆਪਸ ਵਿੱਚ ਉਹ ਸਬਜੈਕਟ ਵੰਡੇ ਨੇ। ਇਹ ਐਡਹੌਕਿਜ਼ਮ ਚੱਲ ਰਿਹਾ ਹੈ। ਬੱਚੇ ਜਿਹੜੇ ਗਰੀਬ ਪਰਿਵਾਰਾਂ ਵਿੱਚੋਂ ਨੇ, ਲੋੜਵੰਦ ਪਰਿਵਾਰਾਂ ਵਿੱਚੋਂ ਨੇ, ਸਾਡੇ ਦੇਸ਼ ਦਾ ਭਵਿੱਖ ਨੇ, ਤੇ ਜਿਹੜੇ ਸੀਨੀਅਰ ਸੈਕੰਡਰੀ ਸਕੂਲਾਂ 'ਚੋਂ ਉਹਨਾਂ ਨੇ ਪੜ੍ਹ ਕੇ ਹਾਇਰ ਐਜੂਕੇਸ਼ਨ 'ਚ ਜਾਣਾ, ਪ੍ਰੋਫੈਸ਼ਨਲ ਕਾਲਜ 'ਚ ਜਾਣਾ, ਉਹਨਾਂ ਨੇ ਕੰਪੀਟੀਸ਼ਨ ਲੜਨੇ ਹੈ। ਜਦੋਂ ਅਵੇਲੇਬਿਲਟੀ ਹੈ, ਪੜ੍ਹਿਆ ਲਿਖਿਆ ਵਰਗ ਅਵੇਲੇਬਲ ਹੈ, ਇੰਨੀ ਬੇਰੁਜ਼ਗਾਰੀ ਹੈ, ਤਾਂ ਫਿਰ ਲੈਕਚਰਰਸ ਦੀ ਉੱਥੇ ਭਰਤੀ ਕਿਉਂ ਨਹੀਂ ਹੋ ਸਕਦੀ? ਸੋ ਇਹ ਚੀਜ਼ ਦਾ ਨੁਕਸਾਨ ਹੋ ਰਿਹਾ ਜੀ। ਸੋ ਦਰਸ਼ਕੋ, ਕਿਹਾ ਜਾਂਦਾ ਨਾ ਕਿ ਆਪਣਾ ਗੁਰੂ ਬਿਨਾ ਗਤ ਨਹੀਂ ਤੇ ਸ਼ਾਹ ਬਿਨਾ ਪਤ ਨਹੀਂ, ਪਰ ਜੇ ਸਾਡੇ ਪੰਜਾਬ ਦੇ ਵਿੱਚ ਇਹ ਹਾਲ ਹੋਏਗਾ, 1900 ਸਕੂਲਾਂ ਦੇ ਵਿੱਚੋਂ 550 ਸਕੂਲਾਂ ਦੇ ਵਿੱਚ ਪ੍ਰਿੰਸੀਪਲ ਨਹੀਂ ਹੋਣਗੇ, ਲੈਕਚਰਾਰਾਂ ਤੋਂ ਪ੍ਰਿੰਸੀਪਲ ਬਣਨ ਨੂੰ ਤਿਆਰ ਬੈਠੇ ਨੇ, ਆਪਾਂ ਕਹੀਏ 20-20 ਸਾਲ ਹੋ ਗਏ ਜਿਨ੍ਹਾਂ ਨੂੰ ਤਰੱਕੀਆਂ ਨਹੀਂ ਮਿਲ ਰਹੀਆਂ, ਸਰਕਾਰ ਤੇ ਕੋਈ ਵਾਧੂ ਵਿੱਤੀ ਬੋਝ ਨਹੀਂ ਪੈਣਾ, ਫਿਰ ਇਹਦੇ 'ਚ ਸਰਕਾਰਾਂ ਦੀ ਲਾਪਰਵਾਹੀ ਹੈ, ਨਾਲਾਇਕੀ ਹੈ ਜਾਂ ਕੋਈ ਸਾਜ਼ਿਸ਼ ਹੈ? IAS ਅਫਸਰ ਵੀ ਨਾਲ ਸ਼ਾਮਲ ਨੇ। ਫੈਸਲਾ ਤੁਸੀਂ ਕਰਨਾ ਹੈ, ਕਿੱਧਰ ਜਾਣਗੇ ਸਾਡੇ ਗੁਰੂ, ਕਿੱਧਰ ਜਾਏਗਾ ਸਾਡੇ ਪੰਜਾਬ ਦਾ ਭਵਿੱਖ। ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਕਰੋਲ ਪੰਜਾਬ ਦੇ ਨਾਲ। ਹੁਣ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ। ਸ਼ੁਕਰੀਆ।